सतनाम श्री वाहिगुरु साहिब जी। वाहिगुरु गुरु गरीब निवास धन श्री गुरु ग्रंथ साहिब जी महाराज। वाहिगुरु तेर कबन कबन गुण कह कह गावा, तो साहिब गुणी निदाना। तुमरी महिमा वर्ण न सको, तो ठाकर ऊंच भगवाना। वह प्रगट्यो मरदे गमड़ा, वरियाम अकेला। वह प्रगट्यो मर्द गमड़ा, वरियाम अकेला। वाहो वाहो गोबिंद सिंह, आपे गुर चेला। परम सत्कार जोग गुरु प्यारी गुरु सवारी गुरु रूप साध संगत जी, आओ अज बड़े ही खुशियां भरिया दिहाड़ा है खालसा साजना दिवस। ये कह लीए सीधा सीधा भी खालसे का जन्म दिहाड़ा, जिन्हों आपां आम प्रचलित दे विच कहने आ विसाखी का दिहाड़ा, क्योंकि अज तो एक वैसाख भी शुरू होया। सो आओ आप रल मिल के थोड़ा समा वड्डे कीआं वड्डियाइयां हर जस कीर्तन दे नाल जुड़ना करिए। सारी संगत आप रल मिल के कीर्तन करिए। बेनती है बोलियो गज के। अमृत दे सार नूं, क्योंकि अज दे दिन सच्चे पातशाह जी ने 1699 की विसाखी ते फिर अमृत दा वाटा तैयार करके गिदड़ा तो शेर बनाया। अमृत दे सार नूं जाने कोई बिरला बिरला, अमृत दे सार नूं जाने कोई बिरला बिरला। अमृत दी सार नूं जाने कोई बिरला बिरला, अमृत दी सार नूं जाने कोई बिरला बिरला। अमृत दी सार नूं जाने कोई बिरला बिरला, अमृत दी सार नूं जाने कोई बिरला बिरला। अमृत दी सार नूं जाने कोई बिरला बिरला, अमृत दी सार नूं जाने कोई बिरला बिरला। अमृत दी सार नूं
ਜਾਣੇ ਕੋਈ ਵਿਰਲਾ ਵਿਰਲਾ ਅੰਮ੍ਰਿਤ ਦੀ ਸਾਰ ਨੂੰ ਜਾਣੇ ਕੋਈ ਬੋਲੋ ਮਾਇਓ ਅੰਮ੍ਰਿਤ ਦੀ ਸਾਰ ਜਾਣੇ ਕੋਈ ਜੀ ਅੰਮ੍ਰਿਤ ਦੀ ਸਾਰ ਨੂੰ ਜਾਣੇ ਕੋਈ ਜਾਣੇ ਕੋਈ ਵਿਰਲਾ ਵਿਰਲਾ 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 ਜਾਣੇ ਕੋਈ ਵਿਰਲਾ ਜਾਣੇ ਕੋਈ ਅੰਮ੍ਰਿਤ ਦੀ ਸਾਰ ਨੂੰ ਜਾਣੇ ਕੋਈ ਵਿਰਲਾ ਵਿਰਲਾ ਅੰਮ੍ਰਿਤ ਦੀ ਸਾਰ ਨੂੰ ਜਾਣੇ ਕੋਈ ਵਿਰਲਾ ਵਿਰਲਾ ਅੰਮ੍ਰਿਤ ਦੀ ਸਾਰ ਨੂੰ ਜਾਣੇ ਕੋਈ ਵਿਰਲਾ ਵਿਰਲਾ ਅੰਮ੍ਰਿਤ ਦੀ ਸਾਰ ਨੂੰ ਜਾਣੇ ਕੋਈ ਅੰਮ੍ਰਿਤ ਦੀ ਸਾਰ ਨੂੰ ਜਾਣੇ ਕੋਈ ਜਾਣੇ ਕੋਈ ਵਿਰਲਾ ਵਿਰਲਾ ਵਾਹਿਗੁਰੂ 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 ਸਾਰੇ ਜਪੀਏ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ ਵਾਹਿਗੁਰੂ 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 ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ 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 ਨਾਮ ਤੋਂ ਬਿਨਾ ਹੋਰ ਕੀ ਮੰਗਣਾ ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ ਤੇਰੇ ਨਾਮ ਤੋਂ ਬਿਨਾ ਹੋਰ ਕੀ ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ ਤੇਰੇ ਨਾਮ ਤੋਂ ਬਿਨਾ ਤੇਰੇ ਨਾਮ ਤੋਂ ਬਿਨਾ ਤੇਰੇ ਨਾਮ ਤੋਂ ਬਿਨਾ ਤੇਰੇ ਨਾਮ ਤੋਂ ਬਿਨਾ ਉਹ ਨਾਮ ਤੋਂ ਬਿਨਾ ਤੇਰੇ ਨਾਮ ਤੋਂ ਬਿਨਾ 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 ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ ਨਾਮ ਤੋਂ ਬਿਨਾ ਹੋਰ ਕੀ ਮੰਗਣਾ ਤੇਰੇ 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 ਨਾਮ ਤੋਂ ਬਿਨਾ ਹੋਰ ਕੀ ਮੰਗਣਾ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਓ ਨਾਨਕ ਜਾਓ ਏ ਹੋ ਪਰਮ ਸਤਿਕਾਰ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਾਰੀ ਸੰਗਤ ਕਰੋ ਰਸਨਾ ਪਵਿੱਤਰ ਬੁਲਾਓ ਗੱਜ ਕੇ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਖਾਲਸਾ ਸਾਜਨਾ ਦਿਵਸ ਦੀਆਂ ਆਪ ਸੰਗਤਾਂ ਨੂੰ ਲੱਖ 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 ਵਧਾਈਆਂ। ਸੋ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਤੀਸਰ ਪੰਥ ਦੀ ਸਾਜਨਾ ਕੀਤੀ, ਤੀਸਰਾ ਪੰਥ ਸਜਾਇਆ। ਸੋ ਬੜਾ ਵੱਡਾ ਇਤਿਹਾਸ ਹੈ, ਬੜਾ ਵੱਡਾ ਇਤਿਹਾਸ। ਕਈ ਦਿਨ ਨਹੀਂ, ਕਈ ਮਹੀਨੇ ਨਹੀਂ, ਸਾਲਾਂ ਦੇ ਵਿੱਚ ਵੀ ਆਪਾਂ ਬਿਆਨ ਨਹੀਂ ਕਰ ਸਕਦੇ। ਕਹਿਵੇ ਕੋ ਸੋਭਾ ਭਲੀ ਦੇਖਾ ਹੀ ਪ੍ਰਵਾਨ। ਮਹਾਰਾਜ ਕਹਿੰਦੇ ਇਹ ਕਿਹਾ ਨਹੀਂ ਜਾ ਸਕਦਾ, ਇਹ ਤਾਂ ਕਹਿਣ ਤੋਂ ਬਾਹਰ ਗੱਲਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਹੈ ਨਾ ਜਿਹੜਾ, ਇਹ ਲਿਖਦੇ ਹੈ ਕਿ ਵਿਦਵਾਨ ਲੋਕ ਕਹਿੰਦੇ ਸਾਰੇ ਸਮੁੰਦਰ ਦੀ ਸਿਆਹੀ ਬਣਾ ਲਈ ਜਾਵੇ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਲਿਖਦਿਆਂ ਸਾਰੇ ਸਮੁੰਦਰ ਦਾ ਜਿਹੜਾ ਪਾਣੀ ਹੈ ਉਹਦੀ ਘੋਲ ਕੇ ਸਿਆਹੀ ਬਣਾ ਲਈ ਜਾਵੇ, ਉਹ ਵੀ ਖਤਮ ਹੋ ਜਾਏਗੀ। ਜਿੰਨੀ ਪੂਰੀ ਧਰਤੀ ਹੈ ਇਹਦਾ ਕਾਗਜ਼ ਬਣਾ ਲਿਆ ਜਾਏ, ਪੂਰੀ ਧਰਤੀ ਦੇ ਉੱਪਰ ਸੱਚੇ ਪਾਤਸ਼ਾਹ ਜੀ ਦਾ ਜਸ ਲਿਖਿਆ ਜਾਵੇ, ਫਿਰ ਵੀ ਇਹ ਕਹਿੰਦੇ ਸੋਟੀ ਪੈ ਜਾਏਗੀ, ਐਡਾ ਵੱਡਾ ਜਸ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਕਹਿਣਾ ਕਥਨ ਨਾ ਜਾਈ, ਇਹ ਤੇ ਕਹਿਣ ਤੋਂ ਬਾਹਰ ਨਹੀਂ ਗੱਲਾਂ। ਆਪਾਂ ਤੇ ਤਿਲ ਮਾਤਰ, ਤਿਲ ਕੀ ਬਸ ਇੱਕ ਰਾਈ ਮਾਤਰ ਹੀ ਬਸ, ਆਪਾਂ ਤੇ ਰਾਈ ਮਾਤਰ ਬਸ ਬਿਆਨ ਕਰ ਸਕਦੇ ਹਾਂ। ਸੋ ਸੰਗਤ ਜੀ 1699 ਦੀ ਵਿਸਾਖੀ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਦੀ ਸਿਲੈਕਸ਼ਨ ਕੀਤੀ, ਪੰਜ ਪਿਆਰੇ ਸਾਜੇ, ਪਰ ਇਹਦੀ ਜਿਹੜੀ ਨੀਂਹ ਸੀ ਨਾ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰੱਖਦੀ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫਿਰ ਹੌਲੀ ਹੌਲੀ ਸਿੱਖੀ ਦਾ ਬੂਟਾ ਲਾਇਆ। ਜਿਸ ਤਰ੍ਹਾਂ ਆਪਾਂ ਇਹ ਕਹਿ ਲਈਏ ਵੀ ਪਹਿਲੀ ਵਾਲੇ ਬੱਚੇ ਨੂੰ ਆਪਾਂ ਪੜ੍ਹਾਉਣੇ ਆ ਊੜਾ ਆੜਾ, ਤੇ ਫਿਰ ਉਹ ਅੱਗੇ ਅੱਗੇ ਹੌਲੀ ਹੌਲੀ ਪੜ੍ਹਦਾ ਜਾਂਦਾ। ਇੱਕ ਦਿਨ MA ਦੀ ਪੜ੍ਹਾਈ ਕਰ ਜਾਂਦਾ ਹੈ, BA ਦੀ ਪੜ੍ਹਾਈ ਕਰ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਸ਼ੁਰੂ ਹੋਈ ਇਹ ਪੜ੍ਹਾਈ। ਫਿਰ 10ਵੇਂ ਪਾਤਸ਼ਾਹ ਜੀ ਨੇ ਫਿਰ ਇਹਨੂੰ ਸਿਰੇ ਲਾਇਆ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ। ਤੇ ਸੰਗਤ ਜੀ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜਸ ਉਹ ਤੇ ਫਿਰ ਲੱਖਾਂ ਮਣਾ ਕਾਗਜ਼ਾਂ ਤੇ ਵੀ ਲਿਖਿਆ ਨਹੀਂ ਜਾਂਦਾ। ਤੇਰਾ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਉੱਤੇ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਉੱਤੇ ਤੇਰਾ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਤੇਰਾ ਜਸ ਲਿਖਿਆ ਨਾ ਜਾਵੇ। ਉਹ ਲੱਖਾਂ ਮਣਾ ਕਾਗਜ਼ਾਂ ਤੇ ਤੇਰਾ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਤੇਰਾ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਤੇਰਾ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਉੱਤੇ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਉੱਤੇ ਉਹ ਤੇਰਾ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਤੇਰਾ ਜਸ ਲਿਖਿਆ ਨਾ ਜਾਵੇ। ਉਹ ਲੱਖਾਂ ਮਣਾ ਕਾਗਜ਼ਾਂ ਤੇ ਤੇਰਾ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਤੇਰਾ ਜਸ ਲਿਖਿਆ ਨਾ ਜਾਵੇ।
ਉਹ ਲੱਖਾਂ ਮਣਾ ਕਾਗਜ਼ਾਂ ਤੇ ਤੇਰਾ ਜਸ ਲਿਖਿਆ ਨਾ ਜਾਵੇ ਲੱਖਾਂ ਮਣਾ ਕਾਗਜ਼ਾਂ ਤੇ। ਸੱਚੇ ਪਾਤਸ਼ਾਹ ਜੀ ਦਾ ਜਸ ਲੱਖਾਂ ਮਣਾ ਕਾਗਜ਼ਾਂ ਤੇ ਵੀ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ। ਗੁਰੂ ਜੱਗ ਵਿੱਚ ਹੋਣਗੇ ਬਥੇਰੇ, ਹੋਣਾ ਨਹੀਂ ਓ ਤੇਰੇ ਵਰਗਾ। ਬਾਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ, ਗੁਰੂ ਤਾਂ ਬਥੇਰੇ ਹੋਣਗੇ। ਕਲਗੀਧਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਜਸ ਲਿਖਣਾ ਬੜਾ ਔਖਾ ਹੈ, ਜਿਨ੍ਹਾਂ ਨੇ 4 ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਤੇ 2 ਚਮਕੌਰ ਦੀ ਗੜੀ ਦੇ ਵਿੱਚ ਬਿਲਕੁਲ ਅੱਖਾਂ ਦੇ ਸਾਹਮਣੇ ਹੱਥੀਂ ਤਿਆਰ ਕਰਕੇ ਤੋਰੇ। ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ 4 ਧਰਮ ਤੋਂ ਵਾਰੇ, ਵੱਡਾ ਜਿਗਰਾ। ਦਇਆ ਸਿੰਘ ਕਹਿੰਦੇ ਅੱਗੇ ਹੁੰਦਾ, ਅੱਗੇ ਹੋ ਕੇ ਨਾ ਐ ਰੋਕ ਕੇ ਸੱਚੇ ਪਾਤਸ਼ਾਹ ਜੀ ਇੱਕ ਰੱਖ ਲਓ, ਨਾਮ ਰਹਿ ਜਾਏਗਾ ਇੱਕ ਰੱਖ ਲਓ। 2 ਤੇ ਚਲੇ ਗਏ ਸਰਸਾ ਵੱਲ ਮਾਤਾ ਜੀ ਦੇ ਨਾਲ, ਉਹਨਾਂ ਦਾ ਕੀ ਪਤਾ ਕੀ ਭਾਣਾ ਵਰਤਿਆ ਹੋਏਗਾ। ਅਜੀਤ ਸਿੰਘ ਇਹ ਸ਼ਹੀਦੀ ਪਾ ਗਿਆ ਤੇ ਜੁਝਾਰ ਸਿੰਘ ਨੂੰ ਰੱਖ ਲਓ ਤੁਸੀਂ। ਕਹਿੰਦੇ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਦਇਆ ਸਿੰਘਾ ਪਾਸੇ ਹਟ ਜਾਏ, ਮੈਂ ਕਾਹਨੂੰ ਮੋਹ ਦੀਆਂ ਦੇਈ ਜਾਨਾ ਥੰਮੀਆਂ। ਸਿੱਖੀ ਦੀਆਂ ਬਾਟਾਂ ਜੇ ਹੋਰ ਬਹੁਤ ਲੰਮੀਆਂ। ਕਹਿੰਦੇ ਦਇਆ ਸਿੰਘ ਨੂੰ ਬਾਹ ਫੜ ਕੇ ਨਾ ਪਾਸੇ ਕਰਤਾ, ਨਹੀਂ ਜਾਣਦੇ ਧੰਨ ਸਨ, ਧੰਨ ਜਿਗਰਾ ਉਹਨਾਂ ਦਾ। ਤੇ ਇਸੇ ਕਰਕੇ ਫਿਰ ਜਦੋਂ ਚਮਕੌਰ ਸਾਹਿਬ ਜਾਓਗੇ ਨਾ, ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ, ਸਾਹਮਣੇ ਨਾ 1-2 ਲਾਈਨਾਂ ਲਿਖੀਆਂ। ਜਦੋਂ ਦਰਬਾਰ ਸਾਹਿਬ ਐਂਟਰ ਹੁੰਨੇ ਆ ਆਪਾਂ, ਉਹ ਲਾਈਨਾਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਹੀਂ, ਕਿਸੇ ਕੁਰਾਨ ਸ਼ਰੀਫ ਦੀਆਂ ਨਹੀਂ, ਕਿਸੇ ਗੀਤਾ ਬਾਈਬਲ ਦੀਆਂ ਨਹੀਂ। ਇੱਕ ਮੁਸਲਮਾਨ ਰਾਈਟਰ ਹੋਇਆ ਜੋਗੀ ਅੱਲਾ ਯਾਰ ਖਾਂ, ਪਾਕਿਸਤਾਨ ਦੇ ਰਹਿਣ ਵਾਲਾ, ਬੜਾ ਤਕੜਾ ਰਾਈਟਰ ਹੋਇਆ। ਉਹਨੇ ਫਿਰ ਸਾਹਿਬਜ਼ਾਦਿਆਂ ਦੀ ਬਾਬਤ 2 ਕਿਤਾਬਾਂ ਲਿਖੀਆਂ ਨੇ ਤੇ ਉਹ ਇੰਨੀਆਂ ਭਾਵਕ ਹੋ ਕੇ ਲਿਖੀਆਂ ਉਹਨੇ। ਫਿਰ ਗੰਜੇ ਸ਼ਹੀਦਾਂ ਤੇ ਜਦੋਂ ਬੰਦਾ ਪੜ੍ਹਦਾ ਨਾ, ਪੜ੍ਹਦਾ ਫਿਰ ਕੋਈ ਪੱਥਰ ਦਿਲ ਹੋਏਗਾ ਜਿਹੜਾ ਨਾ ਰੋਏਗਾ, ਤੇ ਨਹੀਂ ਬੰਦਾ ਨਾਲ ਦੀ ਨਾਲ ਪੜ੍ਹੀ ਜਾਏਗਾ, ਨਾਲ ਦੀ ਨਾਲ ਰੋਈ ਜਾਏਗਾ। ਫਿਰ ਉਹਨੇ ਕੀ ਲਿਖਿਆ, ਕਹਿੰਦਾ ਤੀਰਥ ਏਕ ਹੀ ਹੈ ਹਿੰਦ ਮੇਂ ਯਾਤਰਾ ਕੇ ਲਈ। ਕਹਿੰਦਾ ਐ ਦੁਨੀਆ ਦੇ ਲੋਕੋ, ਕੇਵਲ ਇੱਕੋ ਹੀ ਤੀਰਥ ਹੈ ਦੁਨੀਆ ਦੇ ਵਿੱਚ ਯਾਤਰਾ ਕੇ ਲਈ, ਕਿਹੜਾ? ਜਹਾਂ ਬਾਪ ਨੇ ਕਟਾਏ ਬੇਟੇ ਖੁਦਾ ਕੇ ਲਈ। ਉਹ ਲਾਈਨਾਂ ਲਿਖੀਆਂ ਪਈਆਂ ਉੱਥੇ ਕਿ ਇੱਕੋ ਹੀ ਬਸ ਇੱਕੋ ਹੀ ਤੀਰਥ ਹੈ ਜਿੱਥੇ ਬਾਪ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਸ਼ਹੀਦ ਹੁੰਦੇ ਦੇਖ ਲਏ। ਸੰਗਤ ਜੀ, ਇਸਲਾਮ ਧਰਮ ਦੇ ਵਿੱਚ ਇਬਰਾਹੀਮ ਇੱਕ ਬਹੁਤ ਵੱਡਾ ਫਕੀਰ ਹੋਇਆ। ਇਬਰਾਹੀਮ ਤੇ ਉਹਦੀ ਮੰਨਤਾ ਵੀ ਹੈ। ਇਬਰਾਹੀਮ ਜਿਹੜਾ ਫਕੀਰ ਕਹਿੰਦੇ ਬੰਦਗੀ ਕਰਨ ਲੱਗ ਗਿਆ ਤੇ ਬੰਦਗੀ ਕਰਦੇ ਕਰਦੇ ਨੂੰ ਉਹਨੂੰ ਇੱਕ ਫਿਰ ਆਵਾਜ਼ ਪਈ ਵੀ ਇਬਰਾਹੀਮਾ ਤੈਨੂੰ ਪ੍ਰਮਾਤਮਾ ਮਿਲ ਜੇਗਾ, ਪਰ ਤੂੰ ਅੱਖਾਂ ਦੇ ਸਾਹਮਣੇ ਆਪਣਾ ਪੁੱਤਰ ਹੈ ਨਾ ਜਿਹੜਾ ਆਪਣੇ ਹੱਥੀਂ ਕਤਲ ਕਰਨਾ ਹੈ, ਉਹਦੀ ਧੌਣ ਅਲੱਗ ਕਰ ਦੇਣੀ। ਕਹਿੰਦੇ ਇਬਰਾਹੀਮ ਬੜਾ ਬੰਦਗੀ ਦੇ ਵਿੱਚ ਤਤਪਰ ਸੀ, ਕਹਿਣ ਲੱਗਿਆ ਠੀਕ ਹੈ ਜੀ, ਮੈਨੂੰ ਪ੍ਰਮਾਤਮਾ ਦਾ ਮਿਲਾਪ ਚਾਹੀਦਾ, ਪੁੱਤਰ ਦੀ ਕੋਈ ਲੋੜ ਨਹੀਂ, ਮੈਂ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਕਤਲ ਕਰ ਦਿਆਂਗਾ। ਦਿਨ ਚੁਣਿਆ ਗਿਆ ਤੇ ਜਦੋਂ ਦਿਨ ਚੁਣਿਆ ਗਿਆ ਕਹਿੰਦੇ ਇਬਰਾਹੀਮ ਆਪਣੇ ਪੁੱਤਰ ਨੂੰ ਇਹਦਾ ਸਾਹਮਣੇ ਜਦੋਂ ਖਲੋਤਾ ਨਾ, ਤਲਵਾਰ ਹੱਥ 'ਚ ਫੜੀ ਤੇ ਚਲਾਈ ਨਾ ਗਈ। ਕਹਿੰਦੇ ਕੀ ਗੱਲ? ਕਹਿੰਦਾ ਜੀ ਅੱਖਾਂ ਦੇ ਸਾਹਮਣੇ ਪੁੱਤਰ ਨੂੰ ਮਾਰਨਾ ਬਹੁਤ ਔਖਾ ਹੈ, ਪੁੱਤਰ ਦੀ ਬਲੀ ਦੇਣੀ ਬਹੁਤ ਔਖੀ ਹੈ।
ਕਹਿੰਦੇ ਫਿਰ ਉਹਨੇ ਅੱਖਾਂ ਦੇ ਉੱਤੇ ਪੱਟੀ ਬੰਨੀ ਕਿ ਮੈਂ ਅੱਖਾਂ ਦੇ ਸਾਹਮਣੇ ਨਹੀਂ ਇਹ ਕੁਝ ਕਰ ਸਕਦਾ, ਮੇਰੀਆਂ ਅੱਖਾਂ ਤੇ ਕਾਲੀ ਪੱਟੀ ਬੰਨ ਦਿਓ। ਇਸੇ ਕਰਕੇ ਫਿਰ ਇੱਕ ਸ਼ਾਇਰ ਨੇ ਲਿਖਿਆ, ਕਹਿੰਦੇ ਇਬਰਾਹੀਮਾ ਤੂੰ ਖਰੀ ਬਖਾਲੀ, ਆਪ ਰਿਓ ਸਾਬਤ ਹੋਈਆਂ ਕਮਜ਼ੋਰ ਅੱਖੀਆਂ। ਕਿ ਇਬਰਾਹੀਮਾ ਤੂੰ ਆਪ ਸਾਬਤ ਰਿਹਾ, ਤਕੜਾ ਰਿਹਾ, ਪਰ ਤੇਰੀਆਂ ਅੱਖਾਂ ਕਮਜ਼ੋਰ ਹੋ ਗਈਆਂ। ਅੱਖਾਂ ਦੇ ਸਾਹਮਣੇ ਪੁੱਤਰ ਨੂੰ ਮਰਦਾ ਹੋਇਆ ਵੇਖ ਨਹੀਂ ਸਕੀਆਂ। ਇਬਰਾਹੀਮਾ ਤੂੰ ਖਰੀ ਬਖਾਲੀ, ਆਪ ਰਿਓ ਸਾਬਤ ਹੋਈਆਂ ਕਮਜ਼ੋਰ ਅੱਖੀਆਂ। ਪੁੱਤਰ ਇੱਕ ਦੀ ਥਾਂ ਤੇ 4 ਵਾਰੇ, ਖਾਧਾ ਤਰਸ ਨਾ ਹੋਈਆਂ ਕਮਜ਼ੋਰ ਅੱਖੀਆਂ। ਇਸੇ ਕਰਕੇ ਵਾਜਾਂ ਵਾਲੇ ਦੇ ਦਰ ਉੱਤੇ ਅੱਜ ਝੁਕਦੀਆਂ ਨੇ ਲੱਖ ਕਰੋੜ ਅੱਖੀਆਂ। ਉਹ ਕਹਿੰਦੇ ਤੈਥੋਂ ਤੇ ਇੱਕ ਨਹੀਂ ਨਾ ਸ਼ਹੀਦ ਕਰਵਾਇਆ ਗਿਆ। ਧੰਨ ਸੀ ਵਾਜਾਂ ਵਾਲੇ ਜਿਨ੍ਹਾਂ ਨੇ ਇੱਕ ਦੀ ਥਾਂ ਤੇ 4 ਕੋਈ ਤਰਸ ਨਹੀਂ ਖਾਧਾ। ਆਪਾਂ ਇਤਿਹਾਸ ਪੜ੍ਹਦੇ ਆ ਨਾ, ਦਿਆ ਸਿੰਘ ਨੇ ਬੜਾ ਕਿਹਾ, ਮਹਾਰਾਜ ਜੀ ਮੈਂ ਇਹਨਾਂ ਨੂੰ ਹੱਥੀਂ ਚੁੱਕਿਆ, ਮੈਂ ਅਜੀਤ ਸਿੰਘ ਵਰਗਿਆਂ ਨੂੰ, ਜੁਝਾਰ ਸਿੰਘ ਵਰਗਿਆਂ ਨੂੰ ਕੰਧਿਆਂ ਤੇ ਬਿਠਾ ਕੇ ਖਿਲਾਇਆ। ਆ ਹੁਣ ਪਏ ਨੇ ਜੰਗ ਦੇ ਮੈਦਾਨ ਦੇ ਵਿੱਚ, ਇਹਨਾਂ ਦੀਆਂ ਦੇਹਾਂ ਦੇ ਉੱਤੇ ਕਫਨ ਵੀ ਨਹੀਂ, ਤੇ ਜੇ ਤੁਹਾਡੀ ਆਗਿਆ ਹੋਵੇ ਮੈਂ ਦਸਤਾਰ ਲਾ ਕੇ ਟੋਟੇ ਬਣਾ ਕੇ ਪਾ ਦਿਆਂ। ਕਹਿੰਦੇ ਧੰਨ ਸਨ ਵਾਜਾਂ ਵਾਲੇ ਸੱਚੇ ਪਾਤਸ਼ਾਹ ਜੀ। ਕਹਿੰਦੇ ਨਹੀਂ ਉਹ ਦਿਆ ਸਿੰਘਾ, ਪਾਉਣਾ ਤੇ ਸਾਰਿਆਂ ਤੇ ਪਾ। ਆ ਜਿੰਨੇ ਮੇਰੇ ਸਿੰਘ ਪਏ ਨੇ ਨਾ ਸਾਰਿਆਂ ਤੇ ਪਾ, ਨਹੀਂ ਤੇ ਫਿਰ ਆਉਣ ਵਾਲੇ ਲੋਕਾਂ ਨੇ ਕਹਿਣਾ, ਪੀੜ੍ਹੀਆਂ ਨੇ ਕਹਿਣਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਸੋ ਸੰਗਤ ਜੀ, ਇਸ ਕਰਕੇ ਧੰਨ ਸਨ ਸੱਚੇ ਪਾਤਸ਼ਾਹ ਜੀ, ਕਲਗੀਧਰ ਸੱਚੇ ਪਾਤਸ਼ਾਹ, ਤੇਰਾ ਜਸ ਲਿਖਿਆ ਨਾ ਜਾਵੇ ਲੱਖਾਂ ਮਣਾ ਕਾਗਜ਼ਾਂ ਦੇ ਉੱਤੇ। ਇਸੇ ਕਰਕੇ ਹੈ ਅੱਜ ਲੱਖਾਂ ਕਰੋੜ, ਫਿਰ ਅੱਜ ਲੱਖਾਂ ਕਰੋੜਾਂ ਅੱਖਾਂ ਫਿਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਨਮਸਕਾਰ ਕਰਦੀਆਂ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਅੱਜ ਵਾਲੇ ਦਿਨ, ਅੱਗੇ ਵਿਸਾਖੀ ਦਾ ਜਿਹੜਾ ਦਿਨ ਸੀ ਨਾ, 1 ਵਿਸਾਖ ਤੋਂ ਵਾਢੀ ਸ਼ੁਰੂ ਹੁੰਦੀ ਸੀ, ਹੁਣ ਤੇ ਐਡਵਾਂਸ ਹੋ ਗਿਆ ਸਾਰਾ ਕੁਝ। ਹੁਣ ਤੇ ਬਸ ਨਿਬੜ ਗਿਆ, ਅੱਜ ਨਹੀਂ ਕੱਲ ਤੱਕ ਕਣਕਾਂ ਦਾ ਨਿਬੜ ਜਾਣਾ। ਇੰਨੇ ਕੁ ਕਾਲੇ ਲੋਕੀ ਬੈਠਿਆ ਵੜਿਆਂ ਨੇ ਤੇ ਤੂੜੀ ਵੀ ਸਾਂਭਤੀ ਹੋਏਗੀ। ਪੁਰਾਣੇ ਸਮਿਆਂ 'ਚ ਮਸ਼ੀਨਰੀ ਯੁੱਗ ਨਹੀਂ ਸੀ ਤੇ ਲੋਕੀ ਫਿਰ 1 ਮਹੀਨਾ ਪਹਿਲਾਂ ਹੀ ਤਿਆਰੀਆਂ ਕਰਦੇ ਵੀ ਲੈ ਤਕੜੇ ਹੋ ਕੇ ਫਿਰ ਵਾਢੀ ਕਰਾਂਗੇ। ਤੇ ਬੜੇ ਭੋਲੇ ਭਾਲੇ ਸਿੱਧੇ ਸਾਧੇ ਲੋਕ ਪਰਮਾਤਮਾ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਨਾਮ ਲੈਂਦੇ ਕਿ ਮਹਾਰਾਜ ਜੀ ਆਪ ਜੀ ਨੇ ਫਸਲ ਦਿੱਤੀ ਹੈ, ਦਾਣੇ ਆਏ ਨੇ ਤੇ ਕਿਰਪਾ ਕਰਿਓ। ਬੇਨਤੀਆਂ ਕਰਦੇ ਗਰੀਬ ਗੁਰਬੇ ਦੇ ਨਾਂ ਦੇ, ਚਿੜੀ ਜਨੌਰ ਦੇ ਨਾਂ ਦੇ, ਪਸ਼ੂ ਪੰਛੀ ਦੇ ਨਾਂ ਦੇ, ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਕੁਦਰਤੀ ਆਫਤਾਂ ਤੋਂ ਬਚ ਕੇ ਨਾ ਇਹ ਅਸੀਂ ਘਰੇ ਲੈ ਜਾਈਏ। ਬੜੀਆਂ ਹਨੇਰੀਆਂ ਆਉਂਦੀਆਂ, ਕਣਕ ਵੱਢੀ ਹੋਈ ਬਸ ਉਡਾ ਕੇ ਲੈ ਜਾਂਦੀ, ਬੜੀਆਂ ਵਾਰਸਾਂ ਹੋਣੀਆਂ, 2-2 ਮਹੀਨੇ ਲੱਗ ਜਾਂਦੇ ਸਨ ਬਜ਼ੁਰਗ ਕਹਿੰਦੇ। ਫਲਿਆਂ ਦੇ ਨਾਲ ਗਾਉਂਦੇ, ਫਿਰ ਉਹ ਕਣਕ ਨੂੰ ਉਡਾਉਂਦੇ ਤੇ ਫਿਰ ਜਾ ਕੇ ਕਿਤੇ ਕਣਕ ਜਿਹੜੀ ਘਰੇ ਆਉਂਦੀ ਸੀ। 2-2 ਮਹੀਨੇ ਲੰਘ ਜਾਂਦੇ ਸੀ। ਹੁਣ ਤੇ ਮਿੰਟਾਂ ਸਕਿੰਟਾਂ ਦੀ ਗੱਲ ਹੈ। ਤੇ ਉਦੋਂ ਫਿਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਵਿਸਾਖ ਨੂੰ ਫਿਰ ਸੰਗਤ ਇਕੱਠੀ ਤੇ ਹੁੰਦੀ ਹੋਈ ਹੈ, ਕਿਉਂਕਿ 1 ਵਿਸਾਖ ਨੂੰ ਫਿਰ ਜੱਗ ਕਰਕੇ ਲੰਗਰ ਲਾ ਕੇ ਫਿਰ ਜਿੰਨਾ ਕੁ ਕਿਸੇ 'ਚ ਹੈਸੀਅਤ ਹੁੰਦੀ ਉਹਦੇ ਮੁਤਾਬਕ ਅਗਲਾ ਪੁੰਨ ਦਾਨ ਕਰਦਾ ਤੇ ਉਸ ਤੋਂ ਬਾਅਦ ਫਿਰ ਵਾਢੀ ਸ਼ੁਰੂ ਕਰਦੇ। ਤੇ ਪਰ ਇਸ ਵਾਰ ਸੱਚੇ ਪਾਤਸ਼ਾਹ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਫਿਰ ਹੁਕਮਨਾਮੇ ਭੇਜੇ, ਭਾਈ ਸੰਗਤਾਂ ਨੂੰ ਬੇਨਤੀ ਹੈ ਵੀ 1 ਵਿਸਾਖ ਵਾਲੇ ਦਿਨ ਫਿਰ ਇਕੱਠੇ ਹੋਇਓ ਸਾਰੇ। ਹੁਣ ਬੜੇ ਆਪਣੇ ਵਰਗੇ ਉਹਨਾਂ ਸਮਿਆਂ 'ਚ ਪ੍ਰਸਾਦਾ ਵੀ ਬਹੁਤ ਘੱਟ ਹੁੰਦਾ ਸੀ,
ਕੜਾਹ ਪ੍ਰਸਾਦ ਕਿਤੇ ਕਿਤੇ ਮਿਲਦਾ ਕਿਸੇ ਪ੍ਰੋਗਰਾਮਾਂ ਦੇ ਉੱਪਰ, ਤੇ ਬੜਿਆਂ ਨੇ ਮਨ ਵਿੱਚ ਸੋਚਿਆ ਵੀ ਚਲੋ ਚੱਲਾਂਗੇ, ਜਿਵੇਂ ਹੁਣ ਨਹੀਂ ਆਪਾਂ ਜਾਂਦੇ ਦਮਦਮਾ ਸਾਹਿਬ, ਬੜੇ ਗਏ ਹੋਣਗੇ ਵੀ ਚਲੋ ਨਾਲੇ ਲੰਗਰ ਪਾਣੀ ਛਕੇ ਆਵਾਂਗੇ, ਨਾਲੇ ਰੌਣਕ ਮੇਲਾ ਵੇਖ ਆਵਾਂਗੇ, ਤੇ ਨਾਲੇ ਨਮਸਕਾਰ ਕਰ ਆਵਾਂਗੇ। ਤੇ ਉਦੋਂ ਵੀ ਕਹਿੰਦੇ ਫਿਰ ਬਹੀਰਾਂ ਘੱਤ ਘੱਤ ਕੇ ਸੰਗਤ, ਬੜੀ ਦੂਰੋਂ ਦੂਰੋਂ ਸੰਗਤ ਪਹੁੰਚੀ, ਦਿੱਲੀ ਤੋਂ, ਅਸਾਮ ਤੋਂ। ਤੇ ਸੰਗਤ ਜੀ ਕਿੱਥੇ ਵੇਖੋ ਨੰਦੇੜ ਸਾਹਿਬ, ਉੱਥੋਂ ਪਹੁੰਚੀ। ਰਾਜਸਥਾਨ ਦੀ ਸੰਗਤ, ਬੜੀ ਦੂਰੋਂ ਦੂਰੋਂ ਸੰਗਤ ਪਹੁੰਚੀ ਹੈ। ਤੇ ਇਹ ਦੱਸਦੇ ਆ, ਕਹਿੰਦੇ 80,000 ਦਾ ਇਕੱਠ ਹੋਇਆ ਸੀ, 80,000 ਦਾ ਇਕੱਠ। ਤੇ ਅੱਜ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਚੇ ਟਿੱਬੇ ਦੇ ਉੱਪਰ ਤੰਬੂ ਲਾਇਆ, ਤੇ ਤੰਬੂ ਲਾ ਕੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ 80,000 ਦਾ ਇਕੱਠ ਇਦਾਂ ਟਿਕ ਗਿਆ ਨਾ, ਬੈਠ ਗਏ ਲੋਕੀ ਸਾਰੇ। ਇੱਕਦਮ ਤੰਬੂ ਤੋਂ ਬਾਹਰ ਆਏ, ਹੱਥ ਦੇ ਵਿੱਚ ਸ੍ਰੀ ਸਾਹਿਬ ਫੜੀ ਹੋਈ ਹੈ, ਉੱਪਰ ਨੂੰ ਕੀਤੀ। ਪਰ ਅੱਜ ਜਿਹੜੇ ਸੇਵਕ ਸੀ, ਸੇਵਾਦਾਰ ਵੇਖ ਰਹੇ ਆ ਵੀ ਅੱਜ ਸੱਚੇ ਪਾਤਸ਼ਾਹ ਜੀ ਕਿਸੇ ਵੀਰ ਰਸ ਦੇ ਵਿੱਚ ਨੇ। ਪਹਿਲਾਂ ਵਾਲੀ ਗੱਲ ਨਹੀਂ, ਅੱਜ ਰੋਹਬ ਦੇ ਵਿੱਚ ਨੇ, ਵੀਰ ਰਸ ਦੇ ਵਿੱਚ। ਤੇ ਆ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਬੈਠੇ ਵੀਰ ਆਸਣ ਦੇ ਵਿੱਚ। ਵੀਰ ਆਸਣ ਜਿਨ੍ਹਾਂ ਸਿੰਘਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਵੀਰ ਆਸਣ, ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਆ ਨਾ, ਉਦੋਂ ਵੀਰ ਆਸਣ ਹੋ ਕੇ ਛਕਾਉਂਦੇ ਆ। ਇੱਕ ਗੋਡਾ ਥੱਲੇ, ਇੱਕ ਖੜਾ ਹੈ, ਇਸ ਤਰ੍ਹਾਂ ਹੱਥ। ਤੇ ਕਹਿੰਦੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀਰ ਆਸਣ ਹੋ ਕੇ ਫਿਰ ਚੰਡੀ ਦੀ ਵਾਰ ਦਾ ਪਾਠ ਕੀਤਾ। ਇੰਨੀ ਕੁ ਗਰਜਵੀਂ ਆਵਾਜ਼ ਵਿੱਚ ਪਾਠ ਕੀਤਾ ਵੀ 80,000 ਦੇ ਇਕੱਠ ਨੂੰ ਸੁਣਾਈ ਦੇ ਰਿਹਾ। ਹੁਣ ਤੇ ਆਪਾਂ ਸਪੀਕਰ ਲਾ ਕੇ ਨਹੀਂ ਸੁਣਾਈ ਦਿੰਦਾ, 80,000 ਦੇ ਇਕੱਠ। ਤੇ ਪਰ ਜਿਹੜੇ ਨੇੜੇ ਦੇ ਸੇਵਾਦਾਰ ਹੈ ਨਾ, ਜਿਨ੍ਹਾਂ ਨੂੰ ਗਿਆਨ ਹੈ, ਨਾਲ ਰਹਿਣ ਵਾਲੇ ਨੇ, ਉਹ ਮਨ ਵਿੱਚ ਸੋਚ ਰਿਹਾ ਵੀ ਅੱਜ ਸੱਚੇ ਪਾਤਸ਼ਾਹ ਜੀ ਕੋਈ ਨਾ ਕੋਈ ਖੇਡ ਵਰਤਾਉਣਗੇ, ਅੱਜ ਕੋਈ ਖੇਡ ਵਰਤਾਉਣਗੇ। ਤੇ ਚੰਡੀ ਦੀ ਵਾਰ ਦਾ ਕਹਿੰਦੇ ਭੋਗ ਪਿਆ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਕੋਈ ਇੱਕ ਸਿੰਘ ਉੱਠੇ, ਫਿਰ ਜਿਹੜਾ ਸੀਸ ਹੈ ਉਹ ਸਾਨੂੰ ਭੇਂਟ ਕਰੇ। ਹੁਣ ਜਦੋਂ ਆਹ ਗੱਲ ਕਹੀ, ਗਰਜਵੀਂ ਆਵਾਜ਼ ਵਿੱਚ ਸਨਾਟਾ ਛਾ ਗਿਆ। ਹੁਣ ਬੜੇ ਤੇ ਆਪਣੇ ਵਰਗੇ ਆਏ ਸੀ ਵੀ ਚੱਲਾਂਗੇ, ਚੱਲ ਕੇ ਪ੍ਰਸਾਦ ਛਕ ਕੇ ਆ ਜਾਾਂਗੇ, ਚੰਗਾ ਲੰਗਰ ਪਾਣੀ ਛਕਾਂਗੇ, ਤੇ ਉਸ ਤੋਂ ਬਾਅਦ ਵਾਢੀ ਕਰਾਂਗੇ। ਪਰ ਹੁਣ ਆਏ ਬੰਦੇ ਨੂੰ ਕੋਈ ਕਹੇ ਵੀ ਤੇਰਾ ਤੇ ਸਿਰ ਚਾਹੀਦਾ, ਫਿਰ ਕਿੱਧਰ ਨੂੰ ਗੱਲ ਗਈ। ਤੇ ਸੰਗਤ ਜੀ ਸਨਾਟਾ ਛਾ ਗਿਆ। ਕਹਿੰਦੇ ਫਿਰ ਮਹਾਰਾਜ ਜੀ ਨੇ ਆਵਾਜ਼ ਮਾਰੀ, ਭਾਈ ਉੱਠੇ ਕੋਈ ਸੂਰਮਾ ਜਿਹੜਾ ਸੀਸ ਦੀ ਭੇਟ ਚੜਾਵੇ। ਤੇ ਜਦੋਂ ਤੀਸਰੀ ਆਵਾਜ਼ ਮਾਰੀ ਨਾ, ਫਿਰ ਕਹਿੰਦੇ ਭਾਈ ਦਇਆ ਸਿੰਘ ਉੱਠਿਆ। ਭਾਈ ਦਇਆ ਸਿੰਘ ਉੱਠਿਆ ਤੇ ਨਾਲੇ ਮਨ ਦੇ ਵਿੱਚ ਲਾਹਣਤਾਂ ਪਾਉਂਦਾ, ਕਹਿੰਦਾ ਮਨਾ ਓਏ ਪਹਿਲੀ ਆਵਾਜ਼ ਤੇ ਕਿਉਂ ਨਾ ਉੱਠਿਆ, ਇਹ ਤੇ ਸਭ ਕੁਝ ਹੀ ਸੱਚੇ ਪਾਤਸ਼ਾਹ ਜੀ ਦਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ। ਕਿ ਤਨ ਮਨ ਧਨ ਤੇ ਹੈ ਹੀ ਸੱਚੇ ਪਾਤਸ਼ਾਹ ਜੀ ਦਾ। ਮਨਾ ਦੋ ਵਾਰੀ ਆਵਾਜ਼ ਲਗਾਈ, ਪਹਿਲੀ ਆਵਾਜ਼ ਤੇ ਕਿਉਂ ਨਹੀਂ ਉੱਠਿਆ, ਇਹ ਤੇ ਸਭ ਕੁਝ ਹੀ ਸੱਚੇ ਪਾਤਸ਼ਾਹ ਜੀ ਦਾ। ਦੇਖੋ ਆਪਣੇ ਮਨ ਨੂੰ ਲਾਹਣਤਾਂ ਪਾਉਂਦਾ ਹੈ ਕਿ ਮਨਾ ਪਹਿਲੀ ਵਾਰ ਕਿਉਂ ਨਾ ਉੱਠਿਆ, ਕਿ ਤੇ ਹੈ ਹੀ ਸੱਚੇ ਪਾਤਸ਼ਾਹ ਜੀ ਦਾ। ਗਿਆ ਨੀਵੀਂ ਪਾਈ ਹੈ, ਜਾ ਕੇ ਮਹਾਰਾਜ ਜੀ ਮੂਰੇ ਹੱਥ ਬੰਨੇ, ਸੱਚੇ ਪਾਤਸ਼ਾਹ ਜੀ ਇਹ ਤੇ ਹੈ ਹੀ ਤੁਹਾਡਾ ਹੀ ਹੈ ਸਭ ਕੁਝ। ਤੇ ਕਹਿੰਦੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਫਿਰ ਤੇਗ ਚਲਾਈ। ਵਿੱਚ ਤੇ ਇਤਿਹਾਸਕਾਰ ਇਹ ਕਹਿ ਰਹੇ ਆ ਵੀ ਤੰਬੂ ਦੇ ਵਿੱਚ ਲੈ ਕੇ ਗਏ, ਮਹਾਰਾਜ ਜੀ ਤੰਬੂ ਦੇ ਵਿੱਚ ਲੈ ਕੇ ਗਏ, ਫਿਰ ਤੇਗ ਚਲਾਈ, ਧੜਮ ਕਰਕੇ ਸੀਸ ਅਲੱਗ ਡਿੱਗ ਪਿਆ ਤੇ ਧੜ ਅਲੱਗ ਹੈਗੀ। ਪਰ ਇੱਕ ਔਰੰਗਜ਼ੇਬ ਦਾ ਕਹਿੰਦੇ ਇੱਕ ਸੂਈਆ ਭੇਜਿਆ ਹੋਇਆ ਸੀ,
ਤੇ ਜਿਹਦੀ ਡਿਊਟੀ ਸੀਗੀ, ਜਿਹਨੂੰ ਆਪਾਂ ਕਹਿ ਦਈਏ ਖੁਫੀਆ, ਉਹਦੀ ਡਿਊਟੀ ਸੀ ਵੀ ਤੂੰ ਵੇਖਣਾ ਹੈ ਕਿ ਮਹਾਰਾਜ ਜੀ ਕੀ ਕਰਦੇ ਨੇ, ਕਿੰਨਾ ਇਕੱਠ ਹੋਏਗਾ, ਕੀ ਕੌਤਕ ਰਚਣਗੇ। ਉਹਨੇ ਇੱਕ ਕਿਤਾਬ ਲਿਖੀ ਹੈ ਫਿਰ ਅੱਖੀਂ ਡਿੱਠਾ ਹਾਲ, ਤੇ ਉਹਨੇ ਲਿਖਿਆ ਕਿਤਾਬ ਦੇ ਵਿੱਚ, ਕਹਿੰਦਾ ਕੋਈ ਤੰਬੂ ਨਹੀਂ ਸੀ ਲੱਗਿਆ, ਮਹਾਰਾਜ ਜੀ ਨੇ ਸਾਹਮਣੇ ਤੇਗ ਚਲਾਈ ਹੈ ਕਿ ਅੱਖਾਂ ਦੇ ਸਾਹਮਣੇ ਜਿਹੜਾ ਸੀਸ ਸੀ ਨਾ ਅਲੱਗ ਕਰਤਾ ਧੜ ਦੇ ਨਾਲੋਂ। ਤੇ ਜਦੋਂ ਆਹ ਗੱਲ ਲੋਕਾਂ ਨੇ ਵੇਖੀ ਫਿਰ ਸਨਾਟਾ ਛਾ ਗਿਆ ਵੀ ਇਹ ਤੇ ਖੇਡ ਹੀ ਹੋਰ ਵਰਤ ਗਈ। ਫਿਰ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਮਾਰੀ, ਭਾਈ ਇੱਕ ਸੀਸ ਹੋਰ ਚਾਹੀਦਾ, ਲੋੜ ਹੈ ਸਾਨੂੰ ਸੀਸ ਦੀ, ਹੋਰ ਕੋਈ ਸੂਰਮਾ ਉੱਠੇ। ਕਹਿੰਦੇ ਫਿਰ ਧਰਮ ਸਿੰਘ ਉੱਠਿਆ, ਧਰਮ ਚੰਦ ਤੋਂ ਧਰਮ ਸਿੰਘ ਬਣਿਆ। ਧਰਮ ਚੰਦ ਉੱਠਿਆ ਤੇ ਦੋਵੇਂ ਹੱਥ ਜੋੜੇ, ਸੱਚੇ ਪਾਤਸ਼ਾਹ ਜੀ ਤੁਹਾਡਾ ਹੀ ਹੈ ਸਭ ਕੁਝ, ਕੱਟ ਲੋ ਸੀਸ। ਤੇ ਜਦੋਂ ਮਹਾਰਾਜ ਜੀ ਉਧਰ ਧਰਮ ਚੰਦ ਨੂੰ ਬੁਲਾ ਰਹੇ ਨੇ, ਲੈ ਕੇ ਗਏ ਨੇ ਥੜਾ ਸਾਹਿਬ ਦੇ ਉੱਪਰ, ਤੇ 80,000 ਦੇ ਇਕੱਠ ਦੇ ਵਿੱਚੋਂ 20-30 ਹਜ਼ਾਰ ਬੰਦਾ ਪਿੱਛੇ ਹੀ ਭੱਜ ਗਿਆ। ਤੇ ਜਿਹੜੇ ਕੋਲ ਬੈਠੇ ਸੀ ਨਾ, ਪਹਿਲਾਂ ਆਪਣੇ ਵੀ ਮਨ ਦਾ ਇਹ ਹੁੰਦਾ ਵੀ ਆਪਾਂ ਅੱਗੇ ਹੋ ਕੇ ਬੈਠੀਏ, ਤੇ ਜਿਹੜੇ ਕੋਲ ਬੈਠੇ ਸੀ ਉਹ ਵੀ ਦਬਾ ਦਬ ਖਿਸਕਣਾ ਵੀ ਚੱਲੀਏ, ਕਿਤੇ ਮਹਾਰਾਜ ਜੀ ਆਵਾਜ਼ ਹੀ ਨਾ ਮਾਰ ਦੇਣ ਵੀ ਤੂੰ ਵੀ ਉੱਠ ਓਏ। ਭੱਜਣੇ ਸ਼ੁਰੂ ਹੋ ਗਏ। ਤੇ ਜਿਹੜੇ ਨੇੜੇ ਦੇ ਸੇਵਾਦਾਰ ਸੀ, ਕੋਲ ਰਹਿਣ ਵਾਲੇ, ਤੇ ਉਹ ਭੱਜੇ ਭੱਜੇ ਫਿਰ ਮਾਤਾ ਗੁਜਰੀ ਜੀ ਕੋਲ ਗਏ। ਕਹਿਣ ਲੱਗੇ, ਮਾਤਾ ਜੀ ਕੋਈ ਹੀਲਾ ਕਰੋ, ਅੱਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਨਹੀਂ ਕੀ ਹੋਇਆ, ਇਹ ਤੇ ਆਪਣਿਆਂ ਨੂੰ ਹੀ ਝਟਕਾ ਰਹੇ ਨੇ। ਅਸੀਂ ਅੱਖੀਂ ਵੇਖਿਆ, ਇਦੋਂ ਪਹਿਲਾਂ 2 ਜਾਣਿਆਂ ਦੇ ਸੀਸ ਧੜ ਤੋਂ ਅਲੱਗ ਕਰਤੇ, ਚੱਲੋ ਤੇ ਚੱਲ ਕੇ ਤੁਸੀਂ ਰੋਕੋ। ਕਹਿੰਦੇ ਧੰਨ ਮਾਤਾ ਗੁਜਰੀ ਜਿਨ੍ਹਾਂ ਨੂੰ ਬ੍ਰਹਮ ਗਿਆਨ ਸੀ। ਕਹਿਣ ਲੱਗੀ, ਭਾਈ ਮੇਰਾ ਲਾਲ ਜੋ ਕੁਝ ਕਰ ਰਿਹਾ ਨਾ ਸਹੀ ਕਰ ਰਿਹਾ, ਮੈਂ ਉਹਦੇ ਕੰਮ ਦੇ ਵਿੱਚ ਵਿਘਨ ਨਹੀਂ ਪਾਵਾਂਗੀ, ਜੋ ਕਰ ਰਿਹਾ ਸਹੀ ਕਰ ਰਿਹਾ, ਉਹਦੇ ਕੰਮ ਦੇ ਵਿੱਚ ਵਿਘਨ ਨਹੀਂ ਪਾਵਾਂਗੀ। ਹੁਣ ਵਾਪਸ ਆ ਗਏ। ਪਰ ਸੰਗਤ ਜੀ ਫਿਰ ਇਸੇ ਤਰ੍ਹਾਂ ਮਹਾਰਾਜ ਜੀ ਨੇ ਤੀਸਰੀ ਵਾਰ ਆਵਾਜ਼ ਮਾਰੀ, ਫਿਰ ਚੌਥੀ ਵਾਰ ਆਵਾਜ਼ ਮਾਰੀ, ਤੇ ਜਦੋਂ ਨੂੰ ਕਹਿੰਦੇ 5 ਪਿਆਰਿਆਂ ਨੇ ਫਿਰ 5 ਸੀਸ ਭੇਂਟ ਕੀਤੇ ਨਾ, 80,000 ਦੇ ਇਕੱਠ ਚੋਂ 15,000 ਬੰਦਾ ਹੀ ਰਹਿ ਗਿਆ ਸੀ। 15 ਕੀ, ਕਿਉਂਕਿ ਬੜਾ ਔਖਾ ਹੈ। ਹੁਣ ਗੱਲਾਂ ਵਾਲੇ ਤਾਂ ਬੜੇ ਨੇ, ਸੇਵਕ ਕੋਈ ਕੋਈ ਹੈ। ਗੱਲਾਂ ਕਰਨੀਆਂ ਤੇ ਬੜੀਆਂ ਸੌਖੀਆਂ ਨੇ, ਪਰ ਦੇਸ਼ ਲਈ, ਕੌਮ ਲਈ, ਧਰਮ ਲਈ ਜਾਨ ਦੇਣੀ ਬਹੁਤ ਔਖੀ ਹੈ। ਵੈਸੇ ਕਿਸੇ ਦੀ ਮੌਤ ਹੋ ਗਈ ਵੱਖਰੀ ਗੱਲ ਹੈ, ਪਰ ਦੇਸ਼ ਲਈ, ਕੌਮ ਲਈ, ਧਰਮ ਲਈ ਜਿਹੜੀ ਜਾਨ ਦੇਣੀ ਹੈ ਨਾ ਬਹੁਤ ਔਖੀ ਹੈ। ਕੋਈ ਕੋਈ ਹੈ, ਬਿਰਲੇ ਬਿਰਲੇ ਨੇ ਜਿਹੜੇ ਫਿਰ ਕਹਿਣ, ਭਾਈ ਦਇਆ ਸਿੰਘ ਵਾਂਗੂ ਸੱਚੇ ਪਾਤਸ਼ਾਹ ਜੀ ਤਨ ਵੀ ਤੇਰਾ ਹੈ, ਮਨ ਵੀ ਤੇਰਾ ਹੈ, ਧਨ ਵੀ ਤੇਰਾ, ਸਭ ਕੁਝ ਤੇਰਾ ਹੀ ਹੈ। ਬਿਰਲੇ 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 ਹੈ ਜੀ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਹੈ ਜੀ ਤੇਰੇ ਨਾਮ ਦੇ ਵਪਾਰੀ। ਉਹ ਬਿਰਲੇ ਬਿਰਲੇ ਹੈ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਆ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਆ ਤੇਰੇ ਨਾਮ ਦੇ ਵਪਾਰੀ, ਵਿਰਲੇ ਵਿਰਲੇ ਆ ਤੇਰੇ ਨਾਮ ਦੇ ਵਪਾਰੀ। ਨਾਮ ਦੇ ਵਪਾਰੀ, ਤੇਰੇ ਨਾਮ ਦੇ ਵਪਾਰੀ,
ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਓ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਓ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਓ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ ਬਿਰਲੇ ਬਿਰਲੇ ਆ ਤੇਰੇ ਨਾਮ ਦੇ ਵਪਾਰੀ ਓ ਬਿਰਲੇ ਬਿਰਲੇ ਐ ਤੇਰੇ ਨਾਮ ਦੇ ਵਪਾਰੀ 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 ਬਿਰਲੇ ਬਿਰਲੇ ਨੇ ਜਿਹੜੇ ਫਿਰ ਸੀਸ ਚੜਾਉਣ ਵਾਲੇ ਭੇਟਾ ਕਰਨ ਵਾਲੇ ਆਪਾਂ ਤੇ ਦੇ ਕੇ 1000 ਰੁਪਈਆ ਉਹਨੂੰ ਦਾਨ ਕਹਿ ਦਿੰਨੇ ਆ ਇੱਥੇ ਭਾਈ ਦਇਆ ਸਿੰਘ ਵਰਗਿਆਂ ਨੇ ਸੀਸ ਦਿੱਤੇ ਫਿਰ ਵੀ ਦਾਨ ਨਹੀਂ ਕਿਹਾ ਭੇਟਾ ਹੀ ਕਿਹਾ ਮਹਾਰਾਜ ਜੀ ਭੇਟਾ ਮਨਜ਼ੂਰ ਕਰੋ ਇੱਥੇ ਤੇ ਦੇ ਕੇ 1000 ਰੁਪਇਆ ਕੋਈ ਕਈ ਵਾਰ ਗ੍ਰੰਥੀ ਸਿੰਘ ਨਾ ਬੋਲੇ ਕਿਸੇ ਤੋਂ ਨਾਮ ਨਾ ਲਿਆ ਜਾਏ ਬੰਦਾ ਮਨ ਵਿੱਚ ਗੁੱਸਾ ਕਰਦਾ ਲੈ ਮੇਰਾ ਤੇ ਜਰ ਨੋਈ ਨਹੀਂ ਬੋਲਿਆ ਮੇਰੀ ਬੱਲੇ ਬੱਲੇ ਨਹੀਂ ਹੋਈ ਪਰ ਇਤਿਹਾਸ ਦੇ ਵੱਲ ਧਿਆਨ ਮਾਰੀਏ ਵੀ ਦੇਖੋ 35,000 ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ ਕੁੱਪਰ ਹੇੜੇ ਤੇ ਕਿਸੇ ਨੇ ਕਿਹਾ ਸੀਗਾ ਵੀ ਸਾਡਾ ਨਾਮ ਲਿਖਿਓ ਫਲਾਨੀ ਜਗ੍ਹਾ ਤੇ ਦਇਆ ਸਿੰਘ ਜਦੋਂ ਤੁਰਿਆ ਹੋਊਗਾ ਇਹ ਥੋੜੋ ਸੋਚਿਆ ਹੋਊਗਾ ਵੀ ਮੈਂ ਜਿਉਂਦਾ ਹੋਵਾਂਗਾ ਦੁਬਾਰਾ ਉਹ ਤੇ ਇਹ ਤੁਰਿਆ ਸੀ ਵੀ ਨਹੀਂ ਸੱਚੇ ਪਾਤਸ਼ਾਹ ਜੀ ਦੇ ਲੇਖੇ ਲਾਤੀ ਜ਼ਿੰਦਗੀ ਜੋ ਹੋਏਗਾ ਦੇਖੀ ਜਾਓ ਸੋ ਇਸ ਕਰਕੇ ਸੰਗਤ ਜੀ ਇੱਥੇ ਤੇ ਭੇਟਾ ਹੀ ਹੈ ਸਭ ਕੁਝ ਮਹਾਰਾਜ ਜੀ ਦੇ ਅੱਗੇ ਭਾਵੇਂ ਲੱਖਾਂ ਦੇ ਦਈਏ ਉਹ ਵੀ ਭੇਟਾ ਕਰੋੜਾਂ ਦੇ ਦਈਏ ਉਹ ਵੀ ਭੇਟਾ ਸਰੀਰ ਗਿਆ ਉਹ ਵੀ ਭੇਟਾ ਹੀ ਭੇਟਾ ਦੇ ਵਿੱਚ ਹੀ ਲੱਗਣਾ ਦਾਨ ਨਹੀਂ ਦੇ ਸਕਦੇ ਧਿਆਨ ਕਰਿਓ ਦਾਨ ਕਿਹਨੂੰ ਦਿੱਤਾ ਜਾਂਦਾ ਜਿਹੜਾ ਆਪ ਤੋਂ ਛੋਟਾ ਹੋਵੇ ਆਪਾਂ ਕਹਿੰਦੇ ਆ ਵੀ ਗਰੀਬਾਂ ਨੂੰ ਦਾਨ ਵੰਡ ਦਿਓ ਉਹ ਹੁੰਦਾ ਦਾਨ ਤੇ ਆਪਾਂ ਇੱਥੇ ਵੀ ਨਹੀਂ ਮੈਂ ਗੁਰਦੁਆਰਾ ਸਾਹਿਬ ਨੂੰ ਦਾਨ ਦਿੱਤਾ ਮੈਂ ਬੜੀ ਜਗ੍ਹਾ ਦੇਖਿਆ ਪੱਥਰ ਤੇ ਵੀ ਲਿਖਿਆ ਹੁੰਦਾ ਫਲਾਣੇ ਵੱਲੋਂ ਦਾਨ ਦਿੱਤਾ ਗਿਆ ਆਪਾਂ ਸੱਚੇ ਪਾਤਸ਼ਾਹ ਜੀ ਨੂੰ ਕੀ ਦਾਨ ਦੇ ਸਕਦੇ ਆ ਇਹ ਤੇ ਸਭ ਕੁਝ ਹੀ ਇਹਨਾਂ ਦਾ ਹੈ ਹਰ ਰੋਜ਼ ਇੱਥੋਂ ਮੰਗਦੇ ਆ ਲੈ ਕੇ ਭਿਖਾਰੀ ਤੋਂ ਪ੍ਰਧਾਨ ਮੰਤਰੀ ਤੱਕ ਇਹਨਾਂ ਤੋਂ ਮੰਗਦਾ ਹੈ ਇਸੇ ਕਰਕੇ ਮਹਾਰਾਜ ਜੀ ਦੀ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹਮ ਦਾ ਮਤਲਬ ਅਸੀਂ ਸਾਰੇ ਹੀ ਜਿੰਨੇ ਦੁਨੀਆ ਵਾਲੇ ਆ ਸੱਚੇ ਪਾਤਸ਼ਾਹ ਜੀ ਅਸੀਂ ਸਾਰੇ ਹੀ ਭਿਖਾਰੀ ਐ ਤੂੰ ਦਾਤਾਂ ਦੇਣ ਵਾਲਾ ਹੈ ਤੂੰ ਸਾਡੀ ਪੱਤ ਰੱਖਣ ਵਾਲਾ ਤੂੰ ਸਾਨੂੰ ਹਰ ਰੋਜ਼ ਰਿਜ਼ਕ ਦੇਣ ਵਾਲਾ ਦਾਤਾ ਹੈ ਵੇਖੋ ਬੰਦਾ ਕਿੰਨੇ ਹੀ ਅਮੀਰ ਹੋ ਜੇ ਉਹ ਵੀ ਇੱਥੇ ਆ ਕੇ ਮੰਗੇਗਾ ਇਸ ਦਰ ਤੇ ਆ ਕੇ ਰਾਜੇ ਵੀ ਜਿਹੜੇ ਆ ਨਾ ਉਹ ਵੀ ਮੰਗਦੇ ਨੇ ਉਹ ਵੀ ਭਿਖਾਰੀ ਬਣ ਕੇ ਆਉਂਦੇ ਨੇ ਤੇ ਸੰਗਤ ਜੀ ਪੰਜਾਂ ਪਿਆਰਿਆਂ ਦੀ ਫਿਰ ਸਿਲੈਕਸ਼ਨ ਹੋਈ ਇੱਕ ਹੁੰਦੀ ਹੈ ਇਲੈਕਸ਼ਨ ਇਲੈਕਸ਼ਨ ਦਾ ਮਤਲਬ ਜਿਹਨੂੰ ਲੋਕ ਚਾਹਣ ਉਹਨੂੰ ਕਹਿੰਦੇ ਆ ਇਲੈਕਸ਼ਨ ਜਿਵੇਂ ਹੁਣ ਹੋ ਕੇ ਹਟੀ ਇਲੈਕਸ਼ਨ ਇੱਕ ਹੁੰਦੀ ਹੈ ਸਿਲੈਕਸ਼ਨ ਸਿਲੈਕਸ਼ਨ ਦਾ ਮਤਲਬ ਸੰਟੀ ਕਰਨਾ ਤੇ ਸੱਚੇ ਪਾਤਸ਼ਾਹ ਜੀ ਨੇ ਇਲੈਕਸ਼ਨ ਨਹੀਂ ਸੀ ਕੀਤੀ ਇਲੈਕਸ਼ਨ ਦੇ ਵਿੱਚ ਤੇ ਹੋਰ ਬੰਦਿਆਂ ਦੇ ਨਾਮ ਆ ਜਾਂਦੇ ਮਹਾਰਾਜ ਜੀ ਨੇ ਤੇ ਸਿਲੈਕਸ਼ਨ ਕੀਤੀ ਸੀ ਅਲੱਗ-ਅਲੱਗ ਜਾਤਾਂ ਦੇ ਬੰਦੇ 5 ਫਿਰ ਸੱਚੇ ਪਾਤਸ਼ਾਹ ਜੀ ਨੇ ਚੁਣੇ ਤੇ ਪੰਜਾਂ ਦੇ ਸੀਸ ਅਲੱਗ ਕਰਤੇ ਭਾਈ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਸਾਹਿਬ ਸਿੰਘ ਤੇ ਬੜੇ ਵਿਦਵਾਨਾਂ ਨੇ ਤੇ ਪੰਜਾਂ ਇਹਨਾਂ ਪਿਆਰਿਆਂ ਦੇ ਨਾਮਾਂ ਦੇ ਪਿੱਛੇ ਵੀ ਬੜੀ ਵਿਚਾਰ ਕੀਤੀ ਹੈ ਵੀ ਪਹਿਲਾਂ ਸਭ ਤੋਂ ਸੱਚੇ ਪਾਤਸ਼ਾਹ ਜੀ ਨੇ ਕੀ ਬੁਲਾਇਆ ਦਇਆ ਵੀ ਇਹ ਪੰਜੇ ਗੁਣ ਬੰਦੇ ਵਿੱਚ ਵੀ ਹੋਣੇ ਚਾਹੀਦੇ ਆ ਕਿ ਭਾਈ ਤੂੰ ਪਹਿਲੇ ਪਿਆਰੇ ਦਇਆ ਸਿੰਘ ਵਾਂਗ ਤੇਰੇ ਅੰਦਰ ਦਇਆ ਵੀ ਹੋਣੀ ਚਾਹੀਦੀ ਹੈ ਨਿਰਦਈ ਨਾ ਹੋਵੇਂ ਤੇ ਦੂਜਾ ਪਿਆਰਾ ਫਿਰ ਧਰਮ
ਦੂਜੇ ਨੰਬਰ ਤੇ ਤੂੰ ਧਰਮੀ ਹੋਣਾ ਚਾਹੀਦਾ ਹੈ। ਤੇਰਾ ਕੋਈ ਵੀ ਧਰਮ ਹੈ ਉਹਦੇ ਵਿੱਚ ਪੱਕਾ ਹੋਵੇ। ਇਹ ਨਾ ਹੋਵੇ ਵੀ ਇੱਥੇ ਵੀ ਮੱਥਾ ਟੇਕਿਆ ਤੇ ਪਿੱਪਲ ਦੇ ਵੀ ਖੰਭਣੀਆਂ ਬੰਨੀ ਜਾਏ, ਫਿਰ ਨਹੀਂ ਗੱਲ ਬਣਨੀ। ਜਿਹੜੇ ਧਰਮ ਹਿੰਦੂ ਧਰਮ ਚ ਹੈ ਨਾ ਪੱਕਾ ਹੋਵੇ। ਤੇ ਫਿਰ ਮਹਾਰਾਜ ਕਹਿੰਦੇ ਤੇਰੇ ਚ ਮੋਕਮਤਾਈ ਵੀ ਚਾਹੀਦੀ ਹੈ, ਦਿਆਲੂ ਵੀ ਹੋਣਾ ਚਾਹੀਦਾ ਹੈ। ਤੇ ਫਿਰ ਮਹਾਰਾਜ ਕਹਿੰਦੇ ਹਿੰਮਤ ਵੀ ਚਾਹੀਦੀ ਹੈ, ਹਿੰਮਤੀ ਹੋਣਾ ਚਾਹੀਦਾ, ਆਲਸੀ ਨਹੀਂ ਹੋਣਾ ਚਾਹੀਦਾ। ਹੁਣ ਬੜੇ ਬੰਦੇ ਜ਼ਿੰਦਗੀ 'ਚ ਮਿਲਦੇ ਐ, ਤੁਸੀਂ ਉਹਨਾਂ ਨੂੰ ਪੁੱਛੋ ਵੀ ਕੀ ਹਾਲ ਹੈ, ਉਹਨਾਂ ਦਾ ਕੀ ਜਵਾਬ ਹੁੰਦਾ? ਬਸ ਠੀਕ ਹੈ ਜੀ, ਟਾਈਮ ਪਾਸ ਕਰੀ ਜਾਂਦੇ ਆ। ਤੇ ਜੇ ਪੁੱਛੇ ਵੀ ਟਾਈਮ ਪਾਸ ਤੇ ਫਿਰ ਜਾਨਵਰ ਵੀ ਕਰ ਜਾਂਦੇ ਆ, ਟਾਈਮ ਪਾਸ ਤੇ ਪਸ਼ੂ ਵੀ ਕਰ ਜਾਂਦੇ। ਜਿਹੜੇ ਅਵਾਰਾ ਪਸ਼ੂ ਨੇ, ਜਿਨ੍ਹਾਂ ਨੂੰ ਕੋਈ ਕੱਖ ਵੀ ਨਹੀਂ ਪਾਉਂਦਾ, ਪਾਣੀ ਵੀ ਨਹੀਂ ਪਿਲਾਉਂਦਾ, ਉਹ ਵੀ ਟਾਈਮ ਪਾਸ ਕਰ ਜਾਂਦੇ ਆ। ਧਰਤੀ ਦੇ ਵਿੱਚ ਕਿੰਨੇ ਕੀੜੇ ਨੇ, ਉਹ ਵੀ ਟਾਈਮ ਪਾਸ ਕਰ ਜਾਂਦੇ ਆ। ਤੇ ਮਹਾਰਾਜ ਜੀ ਨੇ ਕੀ ਆਪਾਂ ਨੂੰ ਕਿਹਾ? ਨਹੀਂ ਭਾਈ, ਬੂਰੋਂ ਕਹਿਣਾ ਚੜ੍ਹਦੀ ਕਲਾ। ਮਹਾਰਾਜ ਕਹਿੰਦੇ ਉਹਨਾਂ ਦੀ ਤਰ੍ਹਾਂ ਆਲਸੀ ਜਾਂ ਨਹੀਂ ਬਣਨਾ, ਹਿੰਮਤ ਹੋਣੀ ਚਾਹੀਦੀ ਹੈ। ਤੇ ਜਿਹੜਾ ਬੰਦਾ ਹਿੰਮਤੀ ਹੈ ਨਾ, ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਹਾਰਦਾ। ਕਿਸੇ ਵੀ ਕੰਮ ਦੇ ਵਿੱਚ ਉਹ ਲੱਗ ਜੇ, ਇੱਕ ਦਿਨ ਨਹੀਂ ਦੂਸਰੇ ਦਿਨ, ਦੂਸਰੇ ਨਹੀਂ ਤੀਸਰੇ ਦਿਨ, ਤੇ ਹੌਲੀ ਹੌਲੀ ਇੱਕ ਨਾ ਇੱਕ ਦਿਨ ਉਹ ਮੰਜ਼ਿਲ ਤੇ ਪਹੁੰਚ ਜਾਏਗਾ। ਤੇ ਮਹਾਰਾਜ ਜੀ ਨੇ ਫਿਰ ਚੌਥੇ ਪਿਆਰੇ ਕਹਿੰਦੇ ਹਿੰਮਤ ਵੀ ਚਾਹੀਦੀ ਹੈ। ਤੇ ਫਿਰ ਪੰਜਵੀਂ ਸਾਹਿਬ ਸਿੰਘ। ਸਾਹਿਬੀ ਦਾ ਮਤਲਬ ਮਹਾਰਾਜ ਕਹਿੰਦੇ ਰਾਜੇ ਮਹਾਰਾਜਿਆਂ ਵਾਂਗ ਵੀ ਚਾਹੀਦਾ ਤੂੰ। ਬੰਦਾ ਬਣ ਠਣ ਕੇ ਰਹੇ, ਜਦੋਂ ਉਹਦੇ ਕੋਲੇ ਸਮਾਂ ਨਾ, ਸੋਚ ਰਾਜੇ ਮਹਾਰਾਜਿਆਂ ਵਾਲੀ। ਕਹਿੰਦੇ ਰਹਿਣਾ ਸਹਿਣਾ ਸਿੰਪਲ, ਸੋਚ ਰਾਜੇ ਮਹਾਰਾਜਿਆਂ ਵਾਲੀ ਚਾਹੀਦੀ ਹੈ। ਤੇ ਪੰਜ ਇਹ ਮਹਾਰਾਜ ਜੀ ਨੇ ਗੁਣ ਵੀ ਦਿੱਤੇ ਨੇ, 5 ਗੁਣ। ਕਹਿੰਦੇ ਫਿਰ ਪੰਜਾਂ ਪਿਆਰਿਆਂ ਦੀ ਸਿਲੈਕਸ਼ਨ ਹੋਈ। ਤੇ ਫਿਰ ਜਿਹੜਾ ਖੁਫੀਆ ਉਹਨੇ ਆਪਣੀ ਕਿਤਾਬ ਵਿੱਚ ਲਿਖਿਆ, ਕਹਿੰਦਾ ਸੱਚੇ ਪਾਤਸ਼ਾਹ ਜੀ ਨੇ ਇਦਾਂ ਧੜ ਪਏ ਨੇ 5, ਦੂਜੇ ਦਾ ਸੀਸ ਦੂਸਰੇ ਦੇ ਨਾਲ ਜੋੜਿਆ। ਕੀ ਲਿਖਿਆ ਉਹਨੇ ਥੱਲੇ? ਕਹਿੰਦਾ ਇਹ ਤਾਂ ਜੋੜਿਆ ਵੀ ਜਾਤਾਂ ਪਾਤਾਂ ਖਤਮ ਕਰਨ ਦੇ ਮਾਰਿਆਂ ਨੇ। ਜੱਟ ਦਾ ਝੀਵਰ ਨਾਲ, ਝੀਵਰੇ ਦਾ ਨਾਈ ਨਾਲ, ਇਸ ਤਰ੍ਹਾਂ ਦੂਸਰੇ ਦਾ ਫਿਰ ਦੂਸਰੇ ਦੇ ਸੀਸ ਨਾਲ ਰੱਖ ਕੇ ਤੇ ਫਿਰ ਉਹ ਲਿਖਦਾ ਕਿਤਾਬ ਵਿੱਚ, ਕਹਿੰਦਾ ਮਹਾਰਾਜ ਜੀ ਨੇ ਖੂਹ ਤੋਂ ਜਲ ਦਾ ਗੜਬਾ ਮੰਗਾਇਆ, ਖੂਹ ਤੋਂ ਜਲ ਮੰਗਾਇਆ, ਜਲ ਮੰਗਾ ਕੇ ਉਹਨੇ ਲਿਖਿਆ, ਕਹਿੰਦਾ ਫਿਰ ਕੁਝ ਕਲਮਾਂ ਪੜ੍ਹੀਆਂ ਮਹਾਰਾਜ ਜੀ ਨੇ। ਕਿਉਂਕਿ ਮੁਸਲਮਾਨ ਵੀਰ ਫਿਰ ਕਲਮਾਂ ਕਹਿੰਦੇ, ਆਪਾਂ ਕਹਿੰਦੇ ਆ ਗੁਰਬਾਣੀ ਦੀਆਂ ਪੰਗਤੀਆਂ। ਉਹ ਕਹਿੰਦਾ ਕਲਮਾਂ ਪੜ੍ਹ ਕੇ ਜਦੋਂ ਮਹਾਰਾਜ ਜੀ ਨੇ ਉਹ ਜਲ ਦਾ ਸਿੱਟਾ ਦਿੱਤਾ ਨਾ ਪੰਜਾਂ ਦੇ ਉੱਪਰ, ਤੇ ਫਿਰ ਪੰਜੇ ਦੇ ਪੰਜੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਬੈਠੇ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੇ ਲਿਖਿਆ, ਕਹਿੰਦਾ ਮੇਰਾ ਅੱਖੀਂ ਡਿੱਠਾ ਹਾਲ ਹੈ ਇਹ। ਤੇ ਸੰਗਤ ਜੀ ਫਿਰ ਉਹ ਜਿਹੜਾ ਖੁਫੀਆ ਸੀ ਨਾ, ਉਹਨੇ ਸੱਚੇ ਪਾਤਸ਼ਾਹ ਜੀ ਦੇ ਹੱਥੋਂ ਅੰਮ੍ਰਿਤ ਛਕ ਕੇ, ਮੁਸਲਮਾਨ ਸੀ, ਚਮਕੌਰ ਦੀ ਜੰਗ ਦੇ ਵਿੱਚ ਉਹ 40 ਸਿੰਘਾਂ ਦੇ ਨਾਲ ਸ਼ਹੀਦ ਹੋਇਆ, ਜਿਹਦੀ ਉਹ ਕਿਤਾਬ ਲਿਖੀ ਹੋਈ ਹੈ। ਕਹਿੰਦੇ ਫਿਰ ਪੰਜਾਂ ਪਿਆਰਿਆਂ ਨੇ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋਏ। ਫਿਰ ਸੱਚੇ ਪਾਤਸ਼ਾਹ ਜੀ ਨੇ ਇੱਕ ਸਰਬ ਲੋਹ ਦਾ ਬਾਟਾ ਮੰਗਾਇਆ ਤੇ ਖੂਹ ਤੋਂ ਜਲ ਮੰਗਵਾ ਕੇ ਉਹ ਬਾਟੇ ਦੇ ਵਿੱਚ ਜਲ ਪਾਇਆ। ਤੇ ਆਪਾਂ ਤਸਵੀਰ ਵੇਖਦੇ ਆਂਗੇ। ਇਹ ਤੇ ਚਲੋ ਹੁਣ ਚਿੱਤਰਕਾਰਾਂ ਨੇ ਬਣਾਈ ਹੈ। ਪੰਜੇ ਪਿਆਰਿਆਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਖੜ ਜਾਓ ਇੱਥੇ। ਤੇ ਜਿਹੜਾ 15,000 ਬੰਦਾ ਸੀ ਨਾ, ਫਿਰ ਰਹਿ ਗਿਆ ਸੀ 80,000 ਚੋਂ। ਫਿਰ ਮਨਾਂ ਵਿੱਚ ਲੋਕੀ ਬੜਾ ਪਛਤਾਵਾ ਕਰਦੇ ਆ, ਉਹ ਮਨਾ ਮੈਂ ਕਿਉਂ ਨਾ ਗਿਆ, ਜਾਉਂਦੇ ਤਾਂ ਕਰ ਹੀ ਦੇਣਾ ਸੀ ਮਹਾਰਾਜ ਜੀ ਨੇ, ਮੈਂ ਕਿਉਂ ਨਾ ਗਿਆ। ਤੇ ਸੰਗਤ ਜੀ ਫਿਰ ਪਛਤਾਵਾ ਹੀ ਰਹਿ ਗਿਆ। ਤੇ ਫਿਰ ਬਾਟੇ ਦੇ ਵਿੱਚ ਜਲ ਪਾਇਆ। ਸੱਚੇ ਪਾਤਸ਼ਾਹ ਜੀ ਬਾਣੀ ਪੜ ਰਹੇ ਨੇ, ਖੰਡੇ ਬਾਟੇ ਦੀ ਪਹੁਲ ਤਿਆਰ ਕਰ ਰਹੇ ਨੇ। ਕਹਿੰਦੇ ਇੱਕ ਚਿੜੀ ਤੇ ਇੱਕ ਚਿੜਾ ਆਏ, ਦੋਨਾਂ ਨੇ ਬਾਟੇ ਦੇ ਵਿੱਚੋਂ ਜਲ ਦੀ ਚੁੰਝ ਭਰੀ। ਤੇ ਜਦੋਂ ਚੁੰਝ ਭਰੀ ਨਾ, ਆਪਸ ਵਿੱਚ ਲੜਨ ਲੱਗ ਗਏ।
ਇੰਨਾ ਲੜੇ ਖੂਨੋ ਖੂਨੀ ਹੋ ਗਏ। ਤੇ ਜਿਹੜੇ ਕੋਲ ਸਿੰਘ ਸਨ ਬੈਠੇ, ਜਿਨ੍ਹਾਂ ਨੂੰ ਗਿਆਨ ਸੀ ਮਹਾਰਾਜ ਜੀ ਬਾਰੇ, ਉਹਨਾਂ ਨੇ ਮਨ ਵਿੱਚ ਸੋਚਿਆ ਵੀ ਮਹਾਰਾਜ ਜੀ ਤੇ ਆਬੇ ਹਯਾਤ ਤਿਆਰ ਕਰ ਰਹੇ ਨੇ, ਕਿਉਂਕਿ ਕਰੋੜਾਂ ਸਾਲ ਪਹਿਲਾਂ ਤੋਂ ਇਸ ਅੰਮ੍ਰਿਤ ਦੀ ਭਾਲ ਚੱਲ ਰਹੀ ਸੀ। ਆਪਾਂ ਹਿੰਦੂ ਇਤਿਹਾਸ ਪੜ੍ਹੀਏ ਨਾ, ਉਹਦੇ ਵਿੱਚ ਵੀ ਕਹਿੰਦੇ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ ਉਹਨੂੰ ਲੱਭਣ ਦੇ ਲਈ। ਉਹ ਕਹਿੰਦੇ ਸੀ ਵੀ ਇੱਕ ਆਬੇ ਹਯਾਤ ਹੈ ਜਿਹਨੂੰ ਪੀ ਕੇ ਬੰਦਾ ਮੁਕਤ ਹੋ ਜਾਂਦਾ ਹੈ। ਤੇ ਸਿੰਘਾਂ ਨੇ ਫਿਰ ਜਦੋਂ ਕੋਲ ਬੈਠੇ ਸਨ ਸੋਚਿਆ ਵੀ ਮਹਾਰਾਜ ਜੀ ਉਹ ਆਬੇ ਹਯਾਤ ਤਿਆਰ ਕਰ ਰਹੇ ਨੇ। ਤੇ ਆ ਵੇਖਿਆ ਵੀ ਚਿੜੀ ਤੇ ਚਿੜੇ ਨੇ ਚੁੰਝ ਭਰੀ ਹੈ, ਕਿਵੇਂ ਬਾਜ ਦੀ ਤਰ੍ਹਾਂ ਲੜਦੇ ਨੇ, ਇੰਨੀ ਸ਼ਕਤੀ ਕਿੱਥੋਂ ਆਈ। ਤੇ ਫਿਰ ਉਹ ਭੱਜੇ ਭੱਜੇ ਗਏ ਮਾਤਾ ਸਾਹਿਬ ਦੇ ਕੋਲ, ਕਹਿਣ ਲੱਗੇ ਮਾਤਾ ਜੀ ਵੀ ਸੱਚੇ ਪਾਤਸ਼ਾਹ ਜੀ ਕੋਈ ਜਲ ਤਿਆਰ ਕਰ ਰਹੇ ਨੇ, ਤੇ ਅਸੀਂ ਅੱਖੀਂ ਵੇਖਿਆ ਵੀ ਚਿੜੀ ਤੇ ਚਿੜੇ ਨੇ ਨਾ ਚੁੰਝ ਭਰੀ ਤੇ ਇੰਨਾ ਆਪਸ ਵਿੱਚ ਲੜ ਲੜ ਕੇ ਖੂਨੋ ਖੂਨੀ ਹੋ ਗਏ। ਤੇ ਜੇ ਮਾਤਾ ਜੀ ਇਹ ਸਿੰਘਾਂ ਨੇ ਛਕ ਲਿਆ, ਇਹਨਾਂ ਨੇ ਆਪਣੇ ਪਰਾਏ ਦੀ ਪਰਖ ਨਹੀਂ ਫਿਰ ਕਰਨੀ, ਇਹ ਤੇ ਆਪਣਿਆਂ ਨੂੰ ਇੱਕ ਜਿਵੇਂ ਚਿੜੀ ਤੇ ਚਿੜਾ ਆਪਸ ਵਿੱਚ ਲੜੇ ਨੇ, ਆਪਸ ਵਿੱਚ ਲੜ ਕੇ ਮਰ ਜਾਣਗੇ। ਕਹਿੰਦੇ ਫਿਰ ਮਾਤਾ ਸਾਹਿਬ ਦੇਵਾ ਕਹਿਣ ਲੱਗੀ ਹੋਰ ਤੇ ਨਹੀਂ ਮੈਂ ਕੁਝ ਕਰ ਸਕਦੀ, ਚੰਗਾ ਫਿਰ ਆਪਾਂ ਉਸ ਅੰਮ੍ਰਿਤ ਨੂੰ ਮਿੱਠਾ ਕਰ ਦਿੰਦੇ ਆ। ਫਿਰ ਚੁੰਨੀ ਦੇ ਪੱਲੇ ਵਿੱਚ ਪਾਏ ਪਤਾਸੇ, ਉਹ ਫੋਟੋ ਬਣੀ ਆ ਉਦਾਂ ਦੀ। ਤੇ ਜਾ ਕੇ ਫਿਰ ਮਹਾਰਾਜ ਜੀ ਬਾਣੀ ਪੜ੍ਹ ਰਹੇ ਨੇ, ਮਾਤਾ ਸਾਹਿਬ ਦੇਵਾ ਨੇ ਜਾ ਕੇ ਫਿਰ ਉਸ ਜਲ ਦੇ ਵਿੱਚ ਅੰਮ੍ਰਿਤ ਦੇ ਵਿੱਚ ਪਤਾਸੇ ਪਾਤੇ। ਤੇ ਉਹ ਪ੍ਰਥਾ ਉਦੋਂ ਤੋਂ ਲੈ ਕੇ ਅੱਜ ਤੱਕ ਚੱਲ ਰਹੀ ਹੈ। ਅੱਜ ਵੀ ਜਦੋਂ ਅੰਮ੍ਰਿਤ ਤਿਆਰ ਹੁੰਦਾ ਨਾ, ਖੰਡ ਨਹੀਂ ਪਾਈ ਜਾਂਦੀ, ਪਤਾਸੇ ਪਾਏ ਜਾਂਦੇ ਆ। ਅੰਮ੍ਰਿਤ ਤਿਆਰ ਹੋਇਆ ਤੇ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਸਿਖਾਇਆ। ਤੇ ਪੰਜਾਂ ਪਿਆਰਿਆਂ ਨੂੰ ਸਿਖਾ ਕੇ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦਇਆ ਸਿੰਘਾ ਫਿਰ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ। ਦਇਆ ਸਿੰਘ ਜਿਹੜਾ ਨੀਵੀਂ ਪਾ ਕੇ ਗਿਆ ਸੀ ਨਾ, ਮਹਾਰਾਜ ਜੀ ਦੀਆਂ ਅੱਖਾਂ ਚੱਖਾਂ ਨਹੀਂ ਸੀ ਪਾ ਸਕਿਆ। ਅੰਮ੍ਰਿਤ ਛਕ ਕੇ ਇੰਨਾ ਜਜ਼ਬਾ ਆ ਗਿਆ, ਇੰਨਾ ਜੋਸ਼ ਆ ਗਿਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਇਸ ਤਰ੍ਹਾਂ ਅੰਮ੍ਰਿਤ ਨਹੀਂ ਮਿਲਣਾ, ਅਸੀਂ ਤੇ ਸਿਰ ਦੇ ਕੇ ਅੰਮ੍ਰਿਤ ਲਿਆ, ਇਸ ਤਰ੍ਹਾਂ ਅੰਮ੍ਰਿਤ ਨਹੀਂ ਮਿਲਣਾ। ਕਹਿੰਦੇ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਦਇਆ ਸਿੰਘਾ ਕੋਈ ਗੱਲ ਨਹੀਂ, ਲੋੜ ਪਈ ਜਦੋਂ ਮੈਂ ਵੀ ਫਿਰ ਸੀਸ ਦੇ ਦਿਆਂਗਾ। ਕਹਿੰਦੇ ਦਇਆ ਸਿੰਘ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੀ ਇਹ ਸੌਦਾ ਨਹੀਂ ਪੁੱਗਦਾ, ਗੁਰੂ ਵੀ ਇੱਕ ਸਿਰ ਦੇਵੇ ਤੇ ਚੇਲਾ ਵੀ ਇੱਕ ਸਿਰ ਦੇਵੇ, ਇਹ ਨਹੀਂ ਸੌਦਾ ਪੁੱਗਦਾ। ਕਹਿੰਦੇ ਫਿਰ ਸੱਚੇ ਪਾਤਸ਼ਾਹ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦਇਆ ਸਿੰਘਾ ਚੰਗਾ ਫਿਰ ਅੰਮ੍ਰਿਤ ਦੀ ਦਾਤ ਦੇ ਦਿਓ, ਜਦੋਂ ਜਦੋਂ ਲੋੜ ਪਏਗੀ ਫਿਰ ਮੈਂ ਪੂਰਾ ਪਰਿਵਾਰ ਹੀ ਵਾਰ ਦਿਆਂਗਾ। ਆਖੋ ਸਤਨਾਮ ਸ੍ਰੀ ਰਾਮ। ਉੱਥੇ ਵਚਨ ਹੋਏ ਸੀ। ਵੇਖੋ ਫਿਰ ਸਾਰਾ ਪਰਿਵਾਰ ਹੀ ਸੱਚੇ ਪਾਤਸ਼ਾਹ ਜੀ ਨੇ ਕੌਮ ਤੋਂ ਵਾਰਿਆ। ਤੇ ਫਿਰ ਪੰਜਾਂ ਪਿਆਰਿਆਂ ਨੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਫਿਰ ਉਸ ਦਿਨ ਤੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਗੋਬਿੰਦ ਰਾਏ ਤੋਂ ਗੋਬਿੰਦ ਸਿੰਘ। ਪਹਿਲੀ ਵਾਰ ਕਿਸੇ ਇਤਿਹਾਸ ਦੇ ਵਿੱਚ ਹੋਇਆ ਵੀ ਗੁਰੂ ਵੀ ਹੋਵੇ ਤੇ ਚੇਲਾ ਵੀ ਹੋਵੇ। ਬੜੇ ਪੀਰ ਪੈਗੰਬਰ ਹੋਏ ਨੇ, ਉਹਨਾਂ ਦੇ ਹਜ਼ਾਰ ਹਜ਼ਾਰ 5-5 ਚੇਲਾ ਹੋਇਆ, ਪਰ ਕਲਗੀਧਰ ਸੱਚੇ ਪਾਤਸ਼ਾਹ ਜੀ ਜਿਹੜੇ ਜਿਨ੍ਹਾਂ ਨੇ ਆਪਣੇ ਚੇਲਿਆਂ ਦੇ ਹੱਥੋਂ ਫਿਰ ਅੰਮ੍ਰਿਤ ਪਾਨ ਕੀਤਾ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਲਿਖਦੇ ਨੇ ਵਹਿ ਪ੍ਰਗਟਿਓ ਮਰਦ ਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ, ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ। ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ। ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ। ਆਪੇ ਗੁਰ ਚੇਲਾ ਜੀ
ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ 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 ਆਪੇ ਗੁਰ ਚੇਲਾ ਜੀ 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 ਬਾਜਾਂ ਵਾਲਾ ਕਲੰਗੀਆਂ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲੰਗੀਆਂ ਵਾਲਾ ਸੱਚੇ ਪਾਤਸ਼ਾਹ ਜੀ ਨੇ ਫਿਰ ਚੇਲੇ ਵੀ ਬਣੇ ਨੇ ਗੁਰੂ ਵੀ ਬਣੇ ਨੇ ਫਿਰ ਉਸੇ ਸਮੇਂ ਬਾਬਾ ਦੀਪ ਸਿੰਘ ਜੀ ਨੇ ਵੀ ਮਹਾਰਾਜ ਜੀ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ ਸੀ ਭਾਈ ਮਨੀ ਸਿੰਘ ਵਰਗੇ ਅੱਜ ਐਵੇਂ ਲੋਕੀ ਗੱਲਾਂ ਮਾਰਦੇ ਆ ਵੀ ਕਿਵੇਂ ਸੀਸ ਕੱਟ ਕੇ ਬੰਦਾ ਤੁਰ ਪਊਗਾ ਸੀਸ ਤਲੀ ਤੇ ਧਰ ਕੇ ਤੇ ਬੰਦਾ ਤੁਰ ਹੀ ਨਹੀਂ ਸਕਦਾ ਬੜੇ ਕਰਦੇ ਆ ਨਾ ਤਰਕ ਜਿਹਨੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਹੋਵੇ ਉਹ ਕੁਝ ਵੀ ਕਰ ਸਕਦਾ ਹੈ ਮਨੀ ਸਿੰਘ ਭਾਈ ਮਨੀ ਸਿੰਘ ਦੇਖੋ ਬੰਦ ਕਟਵਾਤਾ ਉਹ ਕਹਿੰਦੇ ਤੇਰੇ ਮਾਲਕ ਦਾ ਹੁਕਮ ਹੈ ਬੰਦ ਕੱਟਣਾ ਤੇ ਮੇਰੇ ਮਾਲਕ ਦਾ ਹੁਕਮ ਹੈ ਬੰਦ ਕਟਵਾਉਣਾ ਸਾਰੀ ਸੰਗਤ ਪ੍ਰਸਾਦ ਲੈ ਕੇ ਜਾਇਓ ਭਾਈ ਲੱਡੂਆਂ ਦਾ ਪ੍ਰਸਾਦ ਲੰਗਰ ਚੱਲ ਰਿਹਾ ਸਾਰੀ ਸੰਗਤ ਜਿਹਨੇ ਜਾਣਾ ਹੈ ਪ੍ਰਸਾਦ ਲੈ ਕੇ ਜਾਇਓ ਥੋੜੇ ਸਮੇਂ 'ਚ ਆਪਾਂ ਬਸ ਅਰਦਾਸ ਕਰਦੇ ਆਂ ਥੋੜਾ ਸਮਾਂ ਇਸੇ ਤਰ੍ਹਾਂ ਭਾਈ ਮਨੀ ਸਿੰਘ ਨੇ ਵੀ ਮੈਂ ਬੇਨਤੀ ਕਰਦਾ ਸੀ ਸੱਚੇ ਪਾਤਸ਼ਾਹ ਜੀ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ ਬੜੇ ਹੋਰ ਵੀ ਸਿੰਘ ਸਿੰਘਣੀਆਂ ਨੇ ਅੰਮ੍ਰਿਤ ਪਾਨ ਕੀਤਾ ਤੇ ਧੰਨ ਕਲਗੀਧਰ ਸੱਚੇ ਪਾਤਸ਼ਾਹ ਜੀ ਫਿਰ ਅੱਜ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਵਿਸਾਖੀ ਦਾ ਦਿਹਾੜਾ ਖਾਲਸਾ ਸਾਜਨਾ ਦਿਵਸ ਪੂਰੇ ਵਰਲਡ ਦੇ ਵਿੱਚ ਸੰਗਤਾਂ ਮਨਾ ਰਹੀਆਂ ਨੇ ਤੇ ਆਪਣੇ ਵੀ ਮਹਾਂਪੁਰਖ ਬਾਬਾ ਸਾਧੂ ਸਿੰਘ ਉਹ ਵੀ ਹਰ ਸਾਲ ਫਿਰ ਦੇਸੀ ਘਿਓ ਦੇ ਲੱਡੂ ਬਣਾਉਂਦੇ ਸਨ ਉਸੇ ਮਰਜ਼ਾਦਾ ਦੇ ਤਹਿਤ ਹਰ ਸਾਲ ਅਖੰਡ ਪਾਠ ਸਾਹਿਬਾਂ ਦੇ ਭੋਗ ਹੁਣ ਕਈ ਸਾਲਾਂ ਤੋਂ ਸਾਡੀਆਂ ਮਾਤਾਵਾਂ ਨੇ ਮਾਤਾ ਸੁਖਮਨੀ ਸੇਵਾ ਸੁਸਾਇਟੀ ਮਾਈਆਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੁੰਦੀ ਹੈ ਹਰੇਕ ਵਿਸਾਖੀ ਤੇ ਜੋ ਕਿ ਹਰ ਐਤਵਾਰ ਨੂੰ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਮਾਈਆਂ ਬੀਬੀਆਂ ਬੱਚੇ ਬੱਚੀਆਂ ਗੁਰਸਿੱਖ ਸੰਗਤਾਂ ਇਹ ਅਖੰਡ ਪਾਠ ਸਾਹਿਬ ਦੀ ਸੇਵਾ ਉਹਨਾਂ ਵੱਲੋਂ ਕਰਵਾਈ ਗਈ ਤੇ ਹਰ ਸਾਲ ਅਖੰਡ ਪਾਠਾਂ ਦੇ ਭੋਗ ਤੇ ਫਿਰ ਦੇਸੀ ਘਿਓ ਦੇ ਲੱਡੂ ਹਰ ਸਾਲ ਭੰਡਾਰਾ ਕੀਤਾ ਜਾਂਦਾ ਹੈ ਸੋ ਆਓ ਭਾਈ ਗੁਰਦਾਸ ਜੀ ਦੀ ਵਾਰ ਆਪਾਂ ਪੜ੍ਹੀਏ ਜਿਨ੍ਹਾਂ ਨੇ ਮਹਾਰਾਜ ਜੀ ਦੀ ਬਾਬਤ ਫਿਰ ਲਿਖਿਆ ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ ਸਤ ਸੰਗ ਮਿਲਾਪ ਕਰ ਪੰਚ ਦੂਤ ਸੰਘਾਰੇ ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵਸਾਰਿਆ ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ ਗੁਰੂ ਪਿਆਰੇ ਸੁਣ ਗੁਰੂ ਪਿਆਰੇ ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ ਹਾਂ ਪਿਆਰੇ ਵਿੱਚ ਸੰਗਤ ਢੋਈ ਨਾ ਲਹਿਣ
ਵਿੱਚ ਸੰਗਤ ਢੋਈ ਨਾਲ ਹੈ ਜੋ ਖਸਮ ਵਿਸਾਰੇ। ਸੰਗਤ ਢੋਈ ਨਾਲ ਹੈ ਜੋ ਖਸਮ ਵਿਸਾਰੇ, ਖਸਮ ਵਿਸਾਰੇ। ਸੰਗਤ ਢੋਈ ਨਾਲ ਹੈ ਜੋ ਖਸਮ ਵਿਸਾਰੇ। ਸੰਗਤ ਢੋਈ ਨਾਲ ਹੈ ਜੋ ਖਸਮ ਵਿਸਾਰੇ, ਖਸਮ ਵਿਸਾਰੇ। ਗੁਰ ਸਿੱਖਾਂ ਮੱਥੇ ਉਜਲੇ, ਗੁਰ ਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ। ਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ, ਹਾਂ ਦਰਬਾਰੇ। ਉਹ ਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ। ਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ, ਸੱਚੇ ਦਰਬਾਰੇ। ਹਰਿ ਗੁਰ ਗੋਬਿੰਦ ਧਿਆਈਐ, ਹਰਿ ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ। ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ, ਹਾਂਜੀ ਵੇਲਾ। ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ। ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਹਾਂਜੀ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਹਾਂਜੀ ਚੇਲਾ। ਵਾਵਾ ਵਡਿਆਈਆਂ ਤੇਰੀਆਂ, ਵਾਵਾ ਵਡਿਆਈਆਂ ਤੇਰੀਆਂ। ਵਾਵਾ ਵਡਿਆਈਆਂ ਤੇਰੀਆਂ, ਵਾਵਾ ਵਡਿਆਈਆਂ ਤੇਰੀਆਂ। ਵਾਵਾ ਵਡਿਆਈਆਂ ਤੇਰੀਆਂ, ਵਾਵਾ ਵਡਿਆਈਆਂ ਤੇਰੀਆਂ। ਤੇਰੇ ਵਰਗਾ ਹੋਰ ਨਾ ਕੋਈ, ਵਰਗਾ ਹੋਰ ਨਾ ਕੋਈ। ਵਾਵਾ ਵਡਿਆਈਆਂ ਤੇਰੀਆਂ, ਵਾਵਾ ਵਡਿਆਈਆਂ ਤੇਰੀਆਂ। ਤੇਰੇ ਵਰਗਾ ਹੋਰ ਨਾ ਕੋਈ, ਵਾਵਾ ਵਡਿਆਈਆਂ ਤੇਰੀਆਂ, ਵਾਵਾ ਵਡਿਆਈਆਂ। ਤੇਰੇ ਵਰਗਾ ਹੋਰ ਨਾ ਕੋਈ, ਵਾਵਾ ਵਡਿਆਈਆਂ ਤੇਰੀਆਂ, ਵਾਵਾ ਵਡਿਆਈਆਂ ਤੇਰੀਆਂ। ਤੇਰੇ ਵਰਗਾ ਹੋਰ ਨਾ ਕੋਈ, ਵਾਵਾ ਵਡਿਆਈਆਂ ਤੇਰੀ। ਆਪੇ ਗੁਰ ਚੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਆਪ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਮਹਾਂਪੁਰਖ ਸੰਤ ਬਾਬਾ ਸਾਧੂ ਸਿੰਘ ਜੀ ਦੇ ਸਥਾਨ ਵੱਲੋਂ, ਸਮੁੱਚੇ ਜਥੇ ਵੱਲੋਂ ਲੱਖ 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 ਵਧਾਈਆਂ। ਸੋ ਭਾਈ ਅੰਮ੍ਰਿਤ ਬਹੁਤ ਮਹਿੰਗਾ ਤਿਆਰ ਹੋਇਆ, ਬੜੀ ਅਣਮੁੱਲੀ ਦਾਤ ਹੈ। ਇਸ ਕਰਕੇ ਸਾਰੇ ਜਾਣੇ ਫਿਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਤੇ ਜਦੋਂ ਫਿਰ ਪ੍ਰਾਪਤ ਕਰ ਲਈ ਫਿਰ ਪੂਰਾ ਤਕੜੇ ਹੋ ਕੇ ਪਹਿਰਾ ਦੇਈਏ। ਸੋ ਵਾਰ-ਵਾਰ ਤੁਹਾਨੂੰ ਪਤਾ ਹੀ ਹੈ, ਫਿਰ ਕਦੇ ਜਿਉਂ ਚਿੜੀਏ ਮਰ ਚਿੜੀਏ, ਫਿਰ ਠੀਕ ਨਹੀਂ ਹੁੰਦਾ ਕੰਮ। ਇਸ ਕਰਕੇ ਪੂਰੇ ਤਕੜੇ ਹੋ ਕੇ ਪਹਿਰਾ ਦੇਈਏ। ਫਿਰ ਸਿੱਖੀ ਸਿਧਾਂਤਾਂ ਦੇ ਉੱਪਰ ਸਾਰੇ ਜਾਣੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਧੀਆਂ ਪੁੱਤਰ ਬਣ ਕੇ ਜਿਹੜੇ ਰਹਿੰਦਾ ਜੀਵਨ ਹੈ ਉਹ ਬਤੀਤ ਕਰੀਏ।
ਸੋ ਆਓ ਆਪਾਂ ਇੱਕ ਧਾਰਨਾ ਪੜ੍ਹੀਏ। ਤੁਸੀਂ ਸਾਰੇ ਬੋਲਿਓ, 10ਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ। ਗੱਜ ਕੇ ਬੋਲਿਓ ਸਾਰੇ। 10ਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ ਪੀ। 10ਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਨੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ ਪੀ। ਬੋਲੋ 10ਵੇਂ। ਗੱਜ ਕੇ ਸਾਰੇ। ਦੁਬਾਰੇ ਪੜੋ। 10ਵੇਂ ਪਿਤਾ ਦੀਆਂ ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਸੀ ਜੀ ਸੰਗ ਤੇ, ਮਾਤਾ ਗੁਜਰੀ ਸੀ। ਉਹ ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਦੀ ਸੰਗ ਤੇ, ਮਾਤਾ ਗੁਜਰੀ ਸੀ। ਪਿਤਾ ਗੁਰਾਂ ਦੇ ਮਾਤਾ ਗੁਜਰੀ ਦੀ। ਫੇਰ ਪੜੋ। ਪਿਤਾ ਵਾਹ ਵਾਹ। ਧੰਨ ਸਨ ਮਾਤਾ, ਧੰਨ ਸਨ ਪਿਤਾ ਜੀ। ਫਿਰ ਪੜੀਏ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜੀ ਸੰਗ ਤੇ, ਮਾਤਾ ਗੁਜਰੀ ਜੀ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜੀ ਸੰਗ ਤੇ, ਮਾਤਾ ਗੁਜਰੀ ਜੀ। ਪੜੋ। ਪਿਤਾ ਗੁਰਾਂ ਦੇ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ, ਆਨੰਦਪੁਰ ਡੇਰਾ ਸੀ ਜੀ ਸੰਗ ਤੇ, ਆਨੰਦਪੁਰ ਡੇਰਾ ਸੀ। ਜਨਮ ਗੁਰਾਂ ਦਾ ਪਟਨਾ ਸਾਹਿਬ ਦਾ, ਆਨੰਦਪੁਰ ਡੇਰਾ ਸੀ ਜੀ ਸੰਗ ਤੇ, ਆਨੰਦਪੁਰ ਡੇਰਾ ਜੀ। ਜਨਮ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ, ਆਨੰਦਪੁਰ ਡੇਰਾ ਸੀ ਜੀ ਸੰਗ ਤੇ, ਆਨੰਦਪੁਰ ਡੇਰਾ ਸੀ। ਜਨਮ ਗੁਰਾਂ ਦਾ ਪਟਨਾ ਸਾਹਿਬ ਦਾ, ਆਨੰਦਪੁਰ ਡੇਰਾ ਸੀ ਜੀ ਸੰਗ ਤੇ, ਆਨੰਦਪੁਰ ਡੇਰਾ ਸੀ। ਪੜੋ। ਗੁਰਾਂ ਦਾ ਪਟਨਾ। ਗੱਜ ਕੇ ਸਾਰੇ।
ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵਿਕੀ ਜੀ ਸੰਗ ਤੇ, ਕੋਲ ਉਹਨਾਂ ਰੱਖਿਆ ਵਿਕੀ। ਸਾਰਾ ਸਰਵੰਸ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵਿਕੀ ਜੀ ਸੰਗ ਤੇ, ਕੋਲ ਉਹਨਾਂ ਰੱਖਿਆ ਵਿਕੀ। ਸਾਰਾ ਪਰਿਵਾਰ ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵਿਕੀ ਜੀ ਸੰਗ ਤੇ, ਕੋਲ ਉਹਨਾਂ ਰੱਖਿਆ ਵਿਕੀ। ਸਾਰਾ ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵਿਕੀ ਜੀ ਸੰਗ ਤੇ, ਕੋਲ ਉਹਨਾਂ ਰੱਖਿਆ ਵਿਕੀ। ਸਾਰਾ ਪਰਿਵਾਰ ਦਸਵੇਂ ਪਿਤਾ ਦੀਆਂ ਖੁਸ਼ੀਆਂ ਜ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ ਪੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ ਪੀ। ਦਸਵੇਂ ਵਾਹ ਵਾਹ, ਪੜੋ ਫਿਰ ਪੜੋ। ਦਸਵੇਂ ਪਿਤਾ ਦੀਆਂ ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ। ਕਿਸੇ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ, ਦੇਖੋ। ਸਾਰਾ ਪਰਿਵਾਰ ਗੁਰਾਂ ਸਾਡੇ ਲਈ ਵਾਰਿਆ, ਸਾਡੇ ਉੱਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵਿਕੀ। ਕਿੱਡੇ ਕਿੱਡੇ ਕਿਲੇ ਸਨ, ਪ੍ਰਸਾਦੀ ਹਾਥੀ ਸਨ ਜਿਹੜੇ ਰਾਜਿਆਂ ਕੋਲ ਵੀ ਨਹੀਂ ਸੀ। ਚੰਦਨ ਦੀਆਂ ਚੌਂਕੀਆਂ, ਪੰਚ ਕਲਾ ਸ਼ਸਤਰ, ਤੇ ਪਰ ਸੱਚੇ ਪਾਤਸ਼ਾਹ ਜੀ ਨੇ ਦੇਖੋ ਸਾਰਾ ਕੁਝ ਹੀ ਵਾਰਤਾ ਸਿੱਖ ਕੌਮ ਲਈ। ਇਸ ਕਰਕੇ ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀਏ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਕਦਮ ਕਦਮ ਚੱਲਿਆ ਲੇਖੇ ਦੇ ਵਿੱਚ ਲਾਉਣ। ਬਹੁਤ ਬਹੁਤ ਧੰਨਵਾਦ ਸੁਖਮਨੀ ਸੇਵਾ ਸੁਸਾਇਟੀ ਮਾਈਆਂ ਬੀਬੀਆਂ ਦਾ, ਮਾਤਾ ਸਾਹਿਬ ਦੇਵਾ ਸੁਖਮਨੀ ਸੇਵਾ ਸੁਸਾਇਟੀ। ਸੋ ਮਾਈਆਂ ਹਰ ਐਤਵਾਰ ਨੂੰ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ। ਘਰਾਂ ਵਿੱਚ ਵੀ ਕੋਈ ਇਹਨਾਂ ਨੂੰ ਬੁਲਾਉਂਦਾ ਤੇ ਉੱਥੇ ਵੀ ਫਿਰ ਨਿਸਕਾਮ ਸੇਵਾ ਹੈ, ਤੇ ਇੱਥੇ ਫਿਰ ਅਖੰਡ ਪਾਠ ਸਾਹਿਬ ਦੀ ਸੇਵਾ, ਹੋਰ ਵੀ ਸੇਵਾ ਚੱਲਦੀ ਹੈ। ਉਹਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਮਾਤਾਵਾਂ ਦਾ। ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਨਿਸ਼ਾਨ ਸਾਹਿਬ ਦੇ ਪਸਾਕੇ ਦੀ ਸੇਵਾ ਅਮਰਤ ਸਿੰਘ ਨੰਬਰਦਾਰ ਉਹਨਾਂ ਵੱਲੋਂ ਕਰਵਾਈ ਗਈ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਦੇਸੀ ਘਿਓ ਦੇ ਲੱਡੂਆਂ ਲਈ ਬੜੀਆਂ ਸੰਗਤਾਂ ਨੇ ਰਸਤਾਂ ਬਸਤਾਂ ਮਾਇਆ ਆਦਿਕ ਹੱਥੀਂ ਸੇਵਾਵਾਂ ਕੀਤੀਆਂ ਨੇ। ਸਮੁੱਚੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਘੰਟਾ ਡੇਢ ਘੰਟਾ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ। ਆਓ ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਬੇਨਤੀ ਹੋਏਗੀ। ਰਾਮ ਕਲੀ
महला तीजा। आनंद ओंकार सतगुर प्रसाद। सारे बोलियो। आनंद पया मेरी मां सतगुरु मैं पाया। सतगुर ता पाया सहज सेती मन वजियां वधाइयां। राग रतन परवार परिया शब्द गावण आया। सब गोता गावो हरि केरा मन जिनी वसाया। कह नानक आनंद हुआ सतगुरु मैं पाया। ये मन मेरे तू सदा रहो हर नाले। हर नाल रहो तो मन मेरे दुख सब विसारना। अंगीकारो करे तेरा कारज सब सवारना। सबना गल्ला समरथ सुआमी तो क्यों मन हो विसारे। कह नानक मन मेरे सदा रहो हर नाले। साचे साहिबा क्या नहीं करते रे। ओ करता तेरा सब किछ है जिस देह सो पावे। सदा सिफ्त सलाह तेरी नाम मन बसावे। नाम जिन कै मन वसया बाजे शब्द कनेरे। कह नानक सच्चे साहिब क्या नहीं करते रहे। साचा नाम मेरा आधारो साच नाम आधार मेरा जिन भुखा सब गवाइया। कर सात सुख मन आए वसया जिन इच्छा सब पुजाया। सदा कुर्बान कीता गुर वितो जिस दिया है वड्याइया। कह नानक सुनो संतो शब्द तरो प्यारो। साचा नाम मेरा आधारो बाजे पंच शब्द तित कर सपागै। कर सपागै शब्द बाजे काला जित कर तारिया। पंच दूत तुद वस कीते आल कंठ कुमारिया। तुर कर्म पाया तुद जिनको से नाम हर के लागे। कह नानक तै सुख हुआ तित करेन हदवाजे। अनंद सुनो बड़ भागियो सगल मनोरथ पूरे। पार ब्रह्म प्रभ पाया उतरे सगल वसूरे। दुख रोग संताप उतरे सोनी सच्ची वाणी। संत साजन पे सरसे पूरे गुर ते जानी। सुनते पणित कहते पवित्र सत गुर रहया भरपूरे। बिनवंत नानक गुर चरण लागे बाजे अनहद तूरे। पवन गुरु पानी पिता माता तत महत। दिवस रात दोए दाई दाया खिल सगल जागत। चंगियाइया बुरियाइया वाचा धर्म दूर। करमी आपो अपनी के नेड़े के दूर। जिन्ने नाम ते आया गए मसाकत काल। नानक ते मुख उजले केती छुट्टी नाल। वाहिगुरु 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 वाहिगुरु। आओ सिर्फ 2 मिनट सारे वाहिगुरु एक मन एक चित होके हाजरी भरिए। गुरु वाहिगुरु
ਵਾਹਿਗੁਰੂ 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 ਜਪੋ ਜਪੋ ਵਾਹਿਗੁਰੂ 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 ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰੇ ਜਪੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।